ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਲਚਰ ਦੀ, ਜੀ ਹਾਂ ਬਦਲਾਅ ਦੀ, ਕਿ ਐਸਜੀਪੀਸੀ ਪ੍ਰਧਾਨ ਦੀ ਚੋਣ ਦੇ ਵਿੱਚ 9 ਨਵੰਬਰ ਤੋਂ ਕੋਈ ਬਦਲਾਅ ਹੋਣ ਜਾ ਰਿਹਾ ਹੈ। ਇਹ ਸਵਾਲ ਇਸ ਲਈ ਕਿਉਂਕਿ ਹੁਣ ਤੱਕ ਲਿਫਾਫਾ ਕਲਚਰ ਦੇ ਇਲਜ਼ਾਮ ਲੱਗਦੇ ਰਹੇ। ਅਕਾਲੀ ਦਲ ਇਸ ਇਲਜ਼ਾਮ ਨੂੰ ਨਕਾਰਦਾ ਰਿਹਾ, ਪਰ ਇਸ ਵਾਰ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਬਹੁਤ ਕੁਝ ਨਵਾਂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਯਾਨੀ ਕਿ ਨਵਾਂ ਕਲਚਰ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਹੋਣ ਜਾ ਰਹੀ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ। ਆਮ ਤੌਰ ਤੇ ਇਸ ਤਰ੍ਹਾਂ ਨਹੀਂ ਹੁੰਦਾ ਸੀ, ਯਾਨੀ ਕਿ ਉਮੀਦਵਾਰ ਐਲਾਨਿਆ ਜਾਂਦਾ ਸੀ ਬਿਲਕੁਲ ਮੌਕੇ ਦੇ ਉੱਤੇ ਕਰੀਬ 1 ਵਜੇ ਜਦੋਂ ਇਜਲਾਸ ਦੀ ਸ਼ੁਰੂਆਤ ਹੁੰਦੀ ਹੈ, ਪ੍ਰਧਾਨ ਚੋਣ ਕਰਨ ਦੀ ਪੂਰੀ ਪ੍ਰਕਿਰਿਆ ਦੀ ਸ਼ੁਰੂਆਤ ਹੁੰਦੀ ਹੈ। ਪਰ ਇਸ ਵਾਰ ਵੱਖਰਾ ਹੋ ਗਿਆ। ਹਰਜਿੰਦਰ ਸਿੰਘ ਧਾਮੀ ਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਹੈ। ਉਧਰ ਅਕਾਲੀ ਦਲ ਦੀ ਵੱਡੇ ਲੀਡਰਾਂ ਦੇ ਵਿੱਚੋਂ ਇੱਕ ਰਹੀ ਬੀਬੀ ਜਗੀਰ ਕੌਰ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਹੀ ਚੋਣ ਮੈਦਾਨ ਦੇ ਵਿੱਚ ਨੇ। ਇਹ ਵੀ ਨਵਾਂ ਹੀ ਹੋਣ ਜਾ ਰਿਹਾ ਹੈ। ਤਾਂ ਨਵਾਂ ਬਹੁਤ ਕੁਝ ਹੈ, ਪਰ ਇਸ ਸਭ ਦੇ ਵਿੱਚ ਵਾਲੇ ਸਵਾਲ ਹੀ ਹੈ ਜੋ ਸਭ ਤੋਂ ਅਹਿਮ ਹੈ ਕਿ ਬੀਬੀ ਜਗੀਰ ਕੌਰ ਕੀ ਵਾਕਈ ਹੀ ਚੁਣੌਤੀ ਦੇ ਪਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ, ਹਰਜਿੰਦਰ ਸਿੰਘ ਧਾਮੀ ਨੂੰ, ਕਿ ਉਸ ਸਮਰੱਥਾ ਦੇ ਵਿੱਚ ਇਸ ਸਮੇਂ ਉਹਨਾਂ ਦੇ ਨਾਲ ਇੰਨੇ ਮੈਂਬਰ ਹੈ ਜਾਂ ਨਹੀਂ ਹੈ। ਅਕਾਲੀ ਦਲ ਨੇ ਦਾਅਵਾ ਕਰ ਦਿੱਤਾ ਹੈ ਕਿ 100 ਮੈਂਬਰ ਮੀਟਿੰਗ ਦੇ ਵਿੱਚ ਪਹੁੰਚ ਗਏ, ਇਸ ਕਰਕੇ ਕੋਈ ਦਿੱਕਤ ਨਹੀਂ, ਉਹਨਾਂ ਦੇ ਕੋਲ ਪੂਰੇ ਨੰਬਰ ਨੇ। ਔਰ ਇਨਫੈਕਟ ਇਹ ਵੀ ਦਾਅਵਾ ਹੋ ਰਿਹਾ ਕਿ ਪਿਛਲੀ ਵਾਰ ਦੇ ਨਾਲੋਂ ਵੀ ਇਸ ਵਾਰ ਜ਼ਿਆਦਾ ਵੋਟਾਂ ਪੈਣਗੀਆਂ। ਤਾਂ ਉਹਨਾਂ ਦਾਅਵਿਆਂ 'ਚ ਕਿੰਨਾ ਕੁ ਦਮ ਹੈ। ਪਰ ਦੂਜੇ ਪਾਸੇ ਕਿ ਵਾਕਈ ਬੀਬੀ ਜਗੀਰ ਕੌਰ ਦੇ ਸਮਰਥਨ ਦੇ ਵਿੱਚ ਬਹੁਤ ਸਾਰੇ ਐਸਜੀਪੀਸੀ ਦੇ ਮੈਂਬਰ ਆ ਸਕਦੇ ਨੇ, ਜਾਂ ਉਹਨਾਂ ਨੂੰ ਭਰੋਸਾ ਹੈ ਕਿ ਆ ਜਾਣਗੇ, ਜਾਂ ਮੈਂਬਰਾਂ ਦੇ ਵੱਲੋਂ ਅੰਦਰ ਖਾਤੇ ਕੋਈ ਭਰੋਸਾ ਦਿੱਤਾ ਗਿਆ ਹੈ। ਖੈਰ ਅੰਕੜਿਆਂ ਨੂੰ ਲੈ ਕੇ ਬਹੁਤ ਖੁੱਲ੍ਹ ਕੇ ਹੁਣ ਤੱਕ ਬੀਬੀ ਜਗੀਰ ਕੌਰ ਨਹੀਂ ਬੋਲੇ ਨੇ। ਤਾਂ ਬੁੱਧਵਾਰ ਨੂੰ ਸਾਫ਼ ਹੋ ਜਾਏਗਾ ਕਿ ਉਹਨਾਂ ਦੇ ਵੱਲੋਂ ਵੱਖ ਤੋਂ, ਅਕਾਲੀ ਦਲ ਤੋਂ ਵੱਖ ਹੋ ਕੇ, ਕਿਉਂਕਿ ਪਾਰਟੀ ਨੇ ਤਾਂ ਸਿੱਧਾ ਬਰਖਾਸਤ ਉਹਨਾਂ ਨੂੰ ਕਰ ਦਿੱਤਾ ਹੈ, ਬਹੁਤ ਵੱਡਾ ਸਟੈਪ ਹੈ, ਕਿ ਇਸ ਦੇ ਵਿਚਾਲੇ ਉਹ ਪ੍ਰਧਾਨਗੀ ਦੀ ਕੁਰਸੀ ਤੱਕ ਪਹੁੰਚ ਸਕਣਗੇ, ਜਾਂ ਫਿਰ ਸਿਰਫ ਇੱਕ ਸ਼ੁਰੂਆਤ ਦੇ ਤੌਰ ਤੇ ਦੇਖਿਆ ਜਾਵੇ ਕਿ ਬੀਬੀ ਜਗੀਰ ਕੌਰ ਦਾ ਟੀਚਾ ਐਸਜੀਪੀਸੀ ਦੇ ਜਿਹੜੇ ਚੋਣਾਂ ਹੁੰਦੀਆਂ ਨੇ, ਮੇਨ ਇਲੈਕਸ਼ਨਸ ਹੁੰਦੇ ਨੇ, ਉਸ ਦੇ ਉੱਤੇ ਹੈ। ਖੈਰ ਅੱਜ ਜ਼ਿਕਰ ਇਸ ਦੇ ਉੱਤੇ ਕਰਾਂਗੇ, ਗੱਲਬਾਤ ਹੋਵੇਗੀ। ਵੱਖ-ਵੱਖ ਧਿਰਾਂ ਸਾਡੇ ਨਾਲ ਜਿਹੜੀਆਂ ਇਸ ਮਾਮਲੇ ਦੇ ਵਿੱਚ ਜ਼ਰੂਰੀ ਨੇ ਉਹ ਜੁੜਨਗੀਆਂ, ਨੁਮਾਇੰਦੇ ਜੁੜਨਗੇ, ਉਹਨਾਂ ਦੇ ਨਾਲ ਗੱਲਬਾਤ ਹੋਵੇਗੀ। ਤੇ ਸਵਾਲ ਉਹੀ ਹੈ ਕਿ 9 ਨਵੰਬਰ ਨੂੰ ਇਲੈਕਸ਼ਨ ਹੈ, ਬੁੱਧਵਾਰ ਨੂੰ, ਯਾਨੀ ਕੱਲ, ਕਿ 9 ਤੋਂ ਨਵਾਂ ਕਲਚਰ ਐਸਜੀਪੀਸੀ 'ਚ ਸ਼ੁਰੂ ਹੋਣ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਾਲੀ ਇਮਾਰਤ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੀਡੀਆ ਦੇ ਰੂਬਰੂ ਹੋਏ ਤਾਂ ਚਿਹਰੇ ਤੇ ਮੀਟਿੰਗ ਦੀ ਥਕਾਨ ਤਾਂ ਸੀ, ਪਰ ਬਿਆਨ ਦੇ ਵਿੱਚ 100 ਤੋਂ ਵਧੇਰੇ ਮੈਂਬਰਾਂ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਕੌਨਫੀਡੈਂਸ ਵੀ ਸੀ। ਸੁਖਬੀਰ ਬਾਦਲ ਨੇ ਇਸੇ ਕੌਨਫੀਡੈਂਸ ਦੇ ਨਾਲ ਜਗੀਰ ਕੌਰ ਨੂੰ ਇੱਕ ਵਾਰ ਮੁੜ ਸਲਾਹ ਦਿੱਤੀ ਕਿ ਅਜੇ ਵੀ ਵਕਤ ਹੈ, ਨਾ ਵਾਪਸ ਲੈ ਲਓ। ਪਰ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਹੈ ਕਿ ਲਿਫਾਫਾ ਕਲਚਰ ਦਾ ਖਤਮ ਹੋਣਾ ਹੀ ਬੀਬੀ ਜਗੀਰ ਕੌਰ ਦੀ ਪਹਿਲੀ ਜਿੱਤ ਹੈ। 100 ਤੋਂ ਵੱਧ ਗਏ, 25 ਦੀ ਤੁਰੇ ਆਉਣਗੇ। ਤੁਸੀਂ ਆਪ ਬਨਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖਾਂਗਾ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਦੇਖੋ, ਪਹਿਲੀ ਤਾਂ ਮੈਂ ਦੱਸਦਾ ਕਿ ਜਿੱਤੋਂ ਦੀ ਬੀਬੀ ਦੀ ਹੋਈ ਕਿ ਅੱਜ ਲਿਫਾਫਾ ਕਲਚਰ ਖਤਮ ਹੋ ਗਿਆ। ਇਹ ਪਹਿਲੀ ਜਿੱਤ ਹੈ ਉਹਦੀ, ਪਹਿਲੀ ਜਿੱਤ ਲੋਕਾਂ ਦੀ ਕਹਿ ਲਓ। ਇਹ ਹੈ ਕਿ ਲਿਫਾਫਾ ਕਲਚਰ ਅੱਜ ਖਤਮ ਹੈ, ਉਹਨਾਂ ਨੂੰ ਆਪਣਾ ਕੈਂਡੀਡੇਟ ਅਨਾਉਂਸ ਕਰਨਾ ਪਏਗਾ। ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਤਾਂ ਜਨਰਲ ਇਜਲਾਸ ਦੇ ਨਾਲ ਹੀ ਜੁੜਿਆ ਸੀ, ਪਰ ਪਾਰਟੀ ਦੇ ਬੁਲਾਰਿਆਂ ਨੇ ਸਿੱਧੇ ਤੌਰ ਤੇ ਭਾਜਪਾ ਤੇ ਆਰਐਸਐਸ ਨੂੰ ਇਸ ਪੂਰੇ ਹਾਲਾਤ ਲਈ ਜ਼ਿੰਮੇਵਾਰ ਦੱਸਦਿਆਂ ਮੋਰਚਾ ਖੋਲ ਦਿੱਤਾ। ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤਾ ਤੇ ਦਾਅਵਾ ਕੀਤਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਗਦੀਸ਼ ਝਿੰਡਾ ਹੋਰਾਂ ਦੇ ਨਾਲ ਮੀਟਿੰਗ ਕਰਕੇ ਬੀਬੀ ਜਗੀਰ ਕੌਰ ਨੂੰ ਸਮਰਥਨ ਦੀ ਅਪੀਲ ਕੀਤੀ ਹੈ। ਧਾਰਮਿਕ ਮਾਮਲੇ ਦੇ ਵਿੱਚ ਭਾਜਪਾ ਆਰਐਸਐਸ ਦੇ ਦਖਲ ਦੀ ਇਸ ਤੋਂ ਵੱਡੀ ਤਸਵੀਰ ਹੋਰ ਕੀ ਹੋ ਸਕਦੀ ਹੈ। ਹਾਲਾਂਕਿ ਭਾਜਪਾ ਦੇ ਆਗੂਆਂ ਦਾ ਦਾਅਵਾ ਅਜੇ ਵੀ ਬਰਕਰਾਰ ਹੈ ਕਿ ਭਾਜਪਾ ਹੋਵੇ ਜਾਂ ਆਰਐਸਐਸ, ਦੂਜੇ ਧਰਮ ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦਿੰਦੇ। ਬੀਜੇਪੀ ਕਦੀ ਵੀ ਧਾਰਮਿਕ ਮਸਲਿਆਂ 'ਚ, ਕੋਈ ਬੀਜੇਪੀ ਪੋਲੀਟੀਕਲ ਪਾਰਟੀ ਦੇ ਨਾਤੇ ਅਸੀਂ ਕਿਸੇ ਵੀ ਧਾਰਮਿਕ ਇਸ਼ੂ 'ਚ ਕਦੀ ਇਨਵੋਲਵ ਨਹੀਂ ਹੁੰਦੇ। ਔਰ ਐਸਜੀਪੀਸੀ ਇਲੈਕਸ਼ਨਾਂ 'ਚ ਬਿਲਕੁਲ ਬੀਜੇਪੀ ਦੀ ਨਾ ਪਹਿਲਾਂ ਕਦੀ ਕੋਈ ਭੂਮਿਕਾ ਸੀ, ਨਾ ਹੁਣ ਕੋਈ ਭੂਮਿਕਾ ਹੈ, ਨਾ ਅੱਗੇ ਕੋਈ ਭੂਮਿਕਾ ਰਹੇਗੀ। ਇਹ ਸਿੱਖ ਪੰਥ ਦਾ ਆਪਣਾ ਮਸਲਾ ਹੈ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੈ। ਸੰਗਤ ਔਰ ਜਿਹੜੇ ਚੁਣੇ ਨੁਮਾਇੰਦੇ ਉਹ ਆਪਣਾ ਕਰਨ, ਬੀਜੇਪੀ ਦਾ ਇਹਦੇ 'ਚ ਕੋਈ ਦਖਲ ਅੰਦਾਜ਼ੀ ਨਹੀਂ। ਅਕਾਲੀ ਦਲ ਦੇ ਰੋਪ ਬਿਲਕੁਲ ਬੇਬੁਨਿਆਦ ਹੈ, ਉਹਨਾਂ ਦੀ ਆਪਣੀ ਫਰਸਟ੍ਰੇਸ਼ਨ ਹੈ।
9 ਨਵੰਬਰ ਨੂੰ ਹੋਣ ਜਾ ਰਹੇ ਜਨਰਲ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਗਣਿਤ ਸਮਝੀਏ ਤਾਂ ਕੁੱਲ 185 ਮੈਂਬਰ ਸ਼੍ਰੋਮਣੀ ਕਮੇਟੀ ਦੇ ਵਿੱਚ ਹੁੰਦੇ ਨੇ, ਜਿਨ੍ਹਾਂ ਵਿੱਚੋਂ ਚੁਣੇ ਗਏ ਮੈਂਬਰਾਂ ਦੀ ਗਿਣਤੀ 170 ਹੈ, ਜਦਕਿ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ। ਮੌਜੂਦਾ ਤਸਵੀਰ ਦੀ ਗੱਲ ਕਰੀਏ ਤਾਂ ਕੁੱਲ 185 ਮੈਂਬਰਾਂ ਚੋਂ ਫਿਲਹਾਲ 157 ਮੈਂਬਰ ਹੀ ਐਕਟਿਵ ਨੇ। 26 ਮੈਂਬਰਾਂ ਦਾ ਦੇਹਾਂਤ ਹੋ ਚੁੱਕਿਆ ਹੈ, ਜਦਕਿ 2 ਅਸਤੀਫਾ ਦੇ ਚੁੱਕੇ ਨੇ। ਹੁਣ 157 ਮੈਂਬਰਾਂ ਦੇ ਇਸ ਅੰਕੜੇ ਚੋਂ ਜਨਰਲ ਇਜਲਾਸ ਦੌਰਾਨ ਕਿਹੜਾ ਮੈਂਬਰ ਕਿਸ ਦੇ ਹੱਕ ਦੇ ਵਿੱਚ ਵੋਟ ਭੁਗਤਾਉਂਦਾ ਹੈ, ਇਸ ਦਾ ਫੈਸਲਾ ਹੁਣ 9/11 ਯਾਨੀ 9 ਨਵੰਬਰ ਨੂੰ ਹੋ ਜਾਵੇਗਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਜਿਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਥਿਤੀ ਕਿਸ ਤਰ੍ਹਾਂ ਦੀ ਹੈ। ਕੁਝ ਗ੍ਰਾਫਿਕਸ ਦੇ ਜ਼ਰੀਏ ਵੀ ਅੰਕੜੇ ਤੁਹਾਡੇ ਸਾਹਮਣੇ ਰੱਖਾਂਗੇ। ਇਹ ਸਥਿਤੀ ਸਮਝਣ ਦੀ ਕੋਸ਼ਿਸ਼ ਦਾ ਜ਼ਿਕਰ ਅਸੀਂ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਬੀਬੀ ਜਗੀਰ ਕੌਰ ਦੇ ਵੱਲੋਂ 4 ਵਾਰ ਦੇ ਪ੍ਰਧਾਨ ਰਹੇ ਨੇ। ਅਕਾਲੀ ਦਲ ਦਾ ਇੱਕ ਵੱਡਾ ਨਾਮ ਹੈ, ਬਾਦਲ ਪਰਿਵਾਰ ਦੇ ਬਹੁਤ ਕਰੀਬੀ ਕਹੇ ਜਾਂਦੇ ਰਹੇ ਨੇ ਤੇ ਉਹਨਾਂ ਨੇ ਇਸ ਇਲੈਕਸ਼ਨ ਦੇ ਲਈ ਪਾਰਟੀ ਤੋਂ ਬਾਹਰ ਜਾਣਾ ਵੀ ਮੁਨਾਸਿਬ ਸਮਝ ਲਿਆ। ਬੇਸ਼ੱਕ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ, ਪਹਿਲਾਂ ਸਸਪੈਂਡ ਕੀਤਾ ਗਿਆ ਸੀ, ਪਰ ਪਾਰਟੀ ਨੇ ਬਾਹਰ ਕਰ ਦਿੱਤਾ ਬੀਬੀ ਜਗੀਰ ਕੌਰ ਨੂੰ। ਅੱਜ ਉਸ ਦਾ ਵੀ ਜ਼ਿਕਰ ਹੋਵੇਗਾ। ਕੁਝ ਅੰਕੜੇ ਤੁਹਾਨੂੰ ਦਿਖਾ ਰਹੇ ਹਾਂ ਅੱਗੇ, ਇਹ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝ ਆਉਂਦਾ ਰਹੇਗਾ ਕਿ ਕਿੰਨੇ ਮੈਂਬਰ ਨੇ ਟੋਟਲ ਤੇ ਮੌਜੂਦਾ ਸਥਿਤੀ ਇਸ ਸਮੇਂ ਐਸਜੀਪੀਸੀ ਚੋਣਾਂ ਦਾ ਗਣਿਤ ਕੀ ਕੁਝ ਕਹਿੰਦਾ, ਉਹ ਸਭ ਕੁਝ ਨਜ਼ਰ ਆਏਗਾ। ਇਨਫੈਕਟ ਪਿਛਲੀਆਂ ਚੋਣਾਂ ਦਾ ਨਤੀਜਾ ਕੀ ਸੀ ਉਹ ਵੀ ਤੁਹਾਨੂੰ ਦੱਸਦੇ ਹਾਂ। ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ 122 ਵੋਟਾਂ ਪਈਆਂ ਸੀ ਉਹਨਾਂ ਨੂੰ, ਤੇ ਉਹਨਾਂ ਦੇ ਜਿਹੜੇ ਮੁਕਾਬਲੇ ਦੇ ਵਿੱਚ ਸੀ ਮਿੱਠੂ ਸਿੰਘ ਕਾਨਕੇ, ਉਹਨਾਂ ਨੂੰ ਸਿਰਫ 19 ਵੋਟਾਂ ਪਈਆਂ ਸੀ, ਯਾਨੀ ਕਿ ਬਹੁਤ ਤਕੜੀ ਮੈਜੋਰਟੀ ਦੇ ਨਾਲ ਧਾਮੀ ਪ੍ਰਧਾਨ ਚੁਣੇ ਗਏ ਸਨ। ਤਾਂ ਕਿ ਕੁਝ ਇਸ ਤਰ੍ਹਾਂ ਦੀ ਹੀ ਪਿਕਚਰ ਨਜ਼ਰ ਆਏਗੀ ਇਸ ਵਾਰ ਵੀ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਔਰ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਅਮਰਜੀਤ ਸਿੰਘ ਚਾਵਲਾ ਜੀ ਜੁੜ ਰਹੇ ਨੇ, ਐਸਜੀਪੀਸੀ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਚਾਵਲਾ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਦਿਆਲ ਸਿੰਘ ਸੋਢੀ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ ਕਿਉਂਕਿ ਅਕਾਲੀ ਦਲ ਬੀਜੇਪੀ ਦੇ ਉੱਤੇ ਲਗਾਤਾਰ ਇਲਜ਼ਾਮ ਲਗਾ ਰਿਹਾ ਹੈ ਦਖਲਅੰਦਾਜ਼ੀ ਦੇ ਕਿ ਆਰਐਸਐਸ ਅਤੇ ਬੀਜੇਪੀ ਦਖਲਅੰਦਾਜ਼ੀ ਕਰ ਰਹੀ ਹੈ ਧਾਰਮਿਕ ਮਾਮਲਿਆਂ ਦੇ ਵਿੱਚ। ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸੋਢੀ ਸਾਹਿਬ, ਸਵਾਗਤ ਹੈ ਤੁਹਾਡਾ ਵੀ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਮਿੱਠੂ ਸਿੰਘ ਕਾਨਕੇ ਜੀ ਵੀ ਜੁੜਨਗੇ, ਐਸਜੀਪੀਸੀ ਦੇ ਮੈਂਬਰ ਨੇ ਔਰ ਅਕਾਲੀ ਦਲ ਦਾ ਵਿਰੋਧੀ ਧੜੇ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਦੇਖਿਆ ਜਾਂਦਾ ਹੈ। ਕੁਝ ਹੀ ਪਲਾਂ ਦੇ ਵਿੱਚ ਉਮੀਦ ਹੈ ਕਿ ਉਹ ਵੀ ਸਾਡੇ ਨਾਲ ਜੁੜਨਗੇ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਚਾਵਲਾ ਜੀ ਤੁਹਾਡੇ ਤੋਂ, ਕਿ ਵਕਾਰ ਦਾ ਸਵਾਲ ਬਣੀ ਹੈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਐਸਜੀਪੀਸੀ ਪ੍ਰਧਾਨ ਦੀ ਚੋਣ? ਨਹੀਂ, ਸ਼੍ਰੋਮਣੀ ਅਕਾਲੀ ਦਲ ਦੀ ਕੋਈ ਵਕਾਰ ਦਾ ਸਵਾਲ ਨਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਰ ਸਾਲ ਇਲੈਕਸ਼ਨ ਦਾ ਹਰ ਸਾਲ ਹੁੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹਰ ਸਾਲ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦੀ ਹੈ, ਕਦੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ। ਤੇ ਇਸ ਵਾਰ ਅੱਗੇ ਨਾਲੋਂ ਵਧੀਆ ਰਿਜ਼ਲਟ ਆਏਗਾ, ਮਾੜਾ ਰਿਜ਼ਲਟ ਆਉਣ ਦੀ ਕੋਈ ਸੰਭਾਵਨਾ ਹੀ ਨਹੀਂ, ਜਿਸ ਕਰਕੇ ਕੋਈ ਵਕਾਰ ਵਾਲਾ ਮਸਲਾ ਨਹੀਂ। ਤਾਂ ਜੇ ਕੋਈ ਆਦਮੀ ਕੋਈ ਮਾੜੀ ਮੋਟੀ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਕ੍ਰੀਏਟ ਕਰਦਾ ਵੀ ਹੈ ਜੀ, ਤਾਂ ਉਸ ਵਿਅਕਤੀ ਦਾ ਜਾਤੀ ਤੌਰ ਤੇ ਤਾਂ ਲਾਸ ਹੋ ਸਕਦਾ, ਅਦਰਵਾਈਜ਼ ਤਾਂ ਕੋਈ ਉਹਦੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ। ਕੋਈ ਵਕਾਰ ਵਾਲਾ ਮਸਲਾ ਨਹੀਂ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਹੀ ਜਿਹੜੀ ਸੇਵਾ ਸੰਭਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਿਲੇਗੀ। ਹਰਜਿੰਦਰ ਸਿੰਘ ਧਾਮੀ ਦੁਆਰਾ ਸਾਡੇ ਜੋ ਉਮੀਦਵਾਰ ਐਲਾਨ ਦਿੱਤੇ ਗਏ ਆ ਜੀ, ਉਹ ਦੁਆਰਾ ਪ੍ਰਧਾਨ ਬਣ ਕੇ ਆਉਣਗੇ। ਨਹੀਂ, ਪਰ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਬੀਬੀ ਜਗੀਰ ਕੌਰ ਦੇ ਖਿਲਾਫ ਇੰਨਾ ਕਰੜਾ ਐਕਸ਼ਨ ਕਿਉਂ, ਔਰ ਖਾਸ ਤੌਰ ਤੇ ਇਲੈਕਸ਼ਨ ਤੋਂ ਬਿਲਕੁਲ ਪਹਿਲਾਂ ਸਸਪੈਂਡ ਤਾਂ ਤੁਸੀਂ ਆਲਰੇਡੀ ਕਰ ਹੀ ਚੁੱਕੇ ਸੀ, ਬਰਖਾਸਤ ਵੀ ਅਕਾਲੀ ਦਲ ਦੇ ਵਿੱਚੋਂ ਕਰ ਦਿੱਤਾ ਗਿਆ। ਉਹਦਾ ਕਾਰਨ ਹੈ ਜੀ, ਪਾਰਟੀ ਜਿਹੜੀ ਹੁੰਦੀ ਨਾ, ਕੋਈ ਵੀ ਪਾਰਟੀ, ਚਾਹੇ ਕੋਈ ਕਿੱਡੀ ਵੀ ਪਾਰਟੀ ਹੋਵੇ, ਤੁਸੀਂ ਦੇਖਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇੱਕੋ ਹੀ ਸਿਸਟਮ ਆ ਕਿ ਜਿਹੜਾ ਪਾਰਟੀ ਵਿੱਚ ਡਿਸਪਲਿਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਕਿਉਂਕਿ ਕੋਈ ਵੀ ਪਾਰਟੀ ਦਾ ਵਰਕਰ, ਉਹਨੂੰ ਸਿਪਾਹੀ ਕਿਹਾ ਜਾਂਦਾ, ਪਾਰਟੀ ਦਾ ਸਿਪਾਹੀ। ਤੇ ਤੁਹਾਨੂੰ ਪਤਾ ਫੌਜ ਦੇ ਸਿਪਾਹੀ ਦਾ, ਪੁਲਿਸ ਦੇ ਸਿਪਾਹੀ ਦਾ ਕਿਵੇਂ ਡਿਸਪਲਿਨ ਰੱਖਣਾ ਪੈਂਦਾ ਹੈ, ਉਸੇ ਤਰ੍ਹਾਂ ਇਹ ਵੀ ਪਾਰਟੀ ਦੇ ਸਿਪਾਹੀ ਹੁੰਦੇ ਆ। ਇਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਡਿਸਪਲਿਨ ਆਪਣਾ ਕਾਇਮ ਰੱਖਣਾ ਪੈਂਦਾ। ਜਿਹੜਾ ਵੀ ਵਿਅਕਤੀ ਡਿਸਪਲਿਨ ਤੋਂ ਬਾਹਰ ਜਾਂਦਾ ਹੈ ਉਹਦੇ ਖਿਲਾਫ ਕੁਦਰਤੀ ਆ ਪਾਰਟੀ ਨੂੰ ਕਾਰਵਾਈ ਤਾਂ ਕਰਨੀ ਪੈਂਦੀ ਹੈ। ਸਾਡੀ ਪਾਰਟੀ ਦੇ ਜਿਹੜੇ ਸੀਨੀਅਰ ਮੈਂਬਰ ਹੁੰਦੇ ਆ, ਡਿਸਪਲਿਨਰੀ ਕਮੇਟੀ ਦੇ ਵਿੱਚ ਪਾਏ ਹੁੰਦੇ ਆ, ਉਹਨਾਂ ਨੇ ਜੋ ਵੀ ਫੈਸਲਾ ਲਿਆ ਬੜਾ ਸੋਚ ਵਿਚਾਰ ਕਰਕੇ, ਮੌਕਾ ਦੇ ਕੇ, ਗੱਲਬਾਤ ਕਰਕੇ ਬੀਬੀ ਜੀ, ਕਿਉਂਕਿ ਬਹੁਤ ਸਤਿਕਾਰਯੋਗ ਸ਼ਖਸੀਅਤ ਸਾਡੀ ਪਾਰਟੀ ਦੀ, ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਰਿਗਾਰਡ ਕਰਦੇ ਆ, ਅੱਜ ਵੀ ਕਰਦੇ ਆ। ਤੇ ਲੇਕਿਨ ਉਹਨਾਂ ਨੇ ਜਿਹੜਾ ਉਹਨਾਂ ਦਾ ਇਹ ਜੋ ਉਹਨਾਂ ਨੇ ਕਦਮ ਉਠਾਇਆ, ਉਹਦੇ ਲਈ ਪਾਰਟੀ ਦੀ ਜਿਹੜੀ ਡਿਸਪਲਿਨਰੀ ਕਮੇਟੀ ਹੈ, ਉਹਨੇ ਜੋ ਵੀ ਫੈਸਲਾ ਲਿਆ ਬਹੁਤ ਕੁਝ ਸੋਚ ਵਿਚਾਰ ਕਰਕੇ ਸਾਰਾ ਕੀਤਾ ਗਿਆ।
ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਉਮੀਦ ਕਰਦੇ ਹਾਂ ਕਿ ਕਾਨਕੇ ਜੀ ਸਾਡੇ ਨਾਲ ਜੁੜ ਜਾਣ ਤਾਂ ਫਿਰ ਪੂਰੀ ਹੋਰ ਕਿ ਕਿੰਨਾ ਇਸ ਸਮੇਂ ਉਹਨਾਂ ਦੇ ਆਧਾਰ ਹੈ, ਬੀਬੀ ਜਗੀਰ ਕੌਰ ਨੂੰ ਕਿੰਨਾ ਸਮਰਥਨ ਹੈ, ਉਸ ਦੇ ਉੱਤੇ ਵੀ ਗੱਲਬਾਤ ਹੋਵੇ। ਥੋੜਾ ਤੁਹਾਡਾ ਕਹਿਣ ਤੋਂ ਭਾਵ ਥੋੜੀ ਜਿਹੀ ਫਿਰ ਗੱਲ ਗਰਮ ਹੋ ਜਾਏਗੀ। ਹਾਂ ਨਹੀਂ, ਗਰਮ ਦਾ ਕੋਈ ਗੱਲ ਨਹੀਂ, ਪਰ ਇਹ ਕਿ ਦੋਵੇਂ ਤਰ੍ਹਾਂ ਦੀ ਗੱਲ ਲੋਕਾਂ ਤੱਕ ਜ਼ਰੂਰ ਪਹੁੰਚ ਜਾਏਗੀ। ਹਾਂ ਬਿਲਕੁਲ ਬਿਲਕੁਲ, ਚਲੋ ਇਹ ਸਮਝ ਲਓ। ਬਿਲਕੁਲ, ਮਸਾਲਾ ਮੈਂ ਸੋਢੀ ਸਾਹਿਬ ਦਾ ਰੁਖ ਕਰਦਾ, ਮੈਨੂੰ ਲੱਗਦਾ ਗਰਮ ਤਾਂ ਸੋਢੀ ਸਾਹਿਬ ਨੇ ਵੀ ਬਹੁਤ ਕਰ ਦੇਣੀ ਹੈ। ਸੋਢੀ ਸਾਹਿਬ, ਬੀਜੇਪੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਬੀਜੇਪੀ ਦਖਲਅੰਦਾਜ਼ੀ ਕਰ ਰਹੀ ਹੈ। ਇਕਬਾਲ ਸਿੰਘ ਲਾਲਪੁਰਾ ਦਾ ਨਾਮ ਹੈ, ਮਨਜਿੰਦਰ ਸਿੰਘ ਸਿਰਸਾ ਦਾ ਨਾਮ ਹੈ, ਇੱਕ ਆਡੀਓ ਕਲਿੱਪ ਦਾ ਜ਼ਿਕਰ ਹੈ, ਸਿੱਧਾ ਮਨੋਹਰ ਲਾਲ ਖੱਟਰ ਹਰਿਆਣਾ ਦੇ ਸੀਐਮ ਦਾ ਜ਼ਿਕਰ ਹੈ, ਜਗਦੀਸ਼ ਝਿੰਡਾ ਦੇ ਨਾਲ ਉਹਨਾਂ ਦੀ ਮੀਟਿੰਗ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਬੀਜੇਪੀ ਦਖਲਅੰਦਾਜ਼ੀ ਕਰ ਰਹੀ ਹੈ, ਇਲਜ਼ਾਮ ਲੱਗ ਰਹੇ ਨੇ। ਗੌਰਵ ਜੀ, ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰ ਦੇਵਾਂ ਕਿ ਮੈਂ ਵੀ ਇੱਕ ਪੰਜਾਬ ਦੀ ਮੇਨ ਬਾਡੀ ਦਾ ਜਨਰਲ ਸੈਕਟਰੀ ਹਾਂ ਜੀ, ਔਰ ਭਾਰਤੀ ਜਨਤਾ ਪਾਰਟੀ ਦੀ ਕੋਈ ਅਜਿਹੀ ਮਨਸ਼ਾ ਨਹੀਂ ਹੈ ਕਿ ਜਿਹੜੀ ਸਾਡੀ ਸਿੱਖ ਕੌਮ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਜਿਹੜੀ ਆਪਣੀ ਪ੍ਰਬੰਧਕ ਕਮੇਟੀ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਖਲਅੰਦਾਜ਼ੀ ਹੋਵੇ ਜਾਂ ਸਾਡਾ ਕੋਈ ਇੰਟਰਸਟ ਹੋਵੇ। ਮੈਂ ਦੱਸਣਾ ਚਾਹੁੰਦਾ ਕਿ ਇਹ ਜੋ ਮਾਮਲਾ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੁੜਿਆ ਹੈ ਜੀ, ਇਹ ਇਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਹੈ। ਇਹਦੇ ਵਿੱਚ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ। 2002 ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣੀਆਂ ਸੀਗੀਆਂ ਜੀ। ਦੇਖੋ, ਚੁਣੇ ਹੋਏ ਮੈਂਬਰਾਂ ਦੇ ਵਿੱਚੋਂ ਉਹਨਾਂ ਨੇ ਆਪਣਾ ਪ੍ਰਧਾਨ ਚੁਣਨਾ ਹੈ। ਹੁਣ ਜਿਹੜੇ ਚੁਣੇ ਹੋਏ ਮੈਂਬਰ ਨੇ ਉਹਨਾਂ ਦੇ ਵਿੱਚੋਂ 2 ਕੈਂਡੀਡੇਟਾਂ ਦਾ ਬਣ ਜਾਣਾ। ਦੇਖੋ, ਜੇ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਅ ਦੇ ਵਿੱਚ ਇਹ ਗੱਲ ਹੈ ਕਿ ਕੋਈ ਵੀ ਵਿਅਕਤੀ ਖੜਾ ਹੋ ਸਕਦਾ, ਕੈਂਡੀਡੇਟ ਬਣ ਸਕਦਾ ਹੈ, ਜੇ ਉਹਦੇ ਆਧਾਰ ਦੇ ਉੱਤੇ ਚੁਣੇ ਹੋਏ ਮੈਂਬਰਾਂ ਨੇ ਪ੍ਰਧਾਨ ਚੁਣਨਾ ਹੈ। ਔਰ ਚੁਣੇ ਹੋਏ ਮੈਂਬਰਾਂ ਦੇ ਵਿੱਚੋਂ ਬੰਦੇ ਖੜੇ ਜਿਹੜੇ ਹੋਏ ਨੇ, ਚਾਹੇ ਉਹ ਬੀਬਾ ਜਗੀਰ ਕੌਰ ਜੀ ਹੋਣ, ਚਾਹੇ ਉਹ ਧਾਮੀ ਸਾਹਿਬ ਹੋਣ, ਮੇਰਾ ਕਹਿਣਾ ਇਹ ਹੈ ਕਿ ਇਹਨਾਂ ਦਾ ਆਪਣਾ ਜਿਹੜਾ ਮਾਮਲਾ ਹੈ, ਭਾਰਤੀ ਜਨਤਾ ਪਾਰਟੀ ਦਾ ਕੋਈ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਇੰਟਰਸਟ ਨਹੀਂ ਹੈ। ਦੇਖੋ, ਕਹਿਣ ਨੂੰ ਜੋ ਕੁਛ ਮਰਜ਼ੀ ਕਹੀ ਜਾਵੇ, ਕੋਈ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਮਾਰਦੇ ਦਾ ਹੱਥ ਫੜ ਲਾਂਗੇ, ਬੋਲਦੇ ਦੀ ਕਿਹੜਾ ਆਪਾਂ ਜ਼ੁਬਾਨ ਫੜ ਲਾਂਗੇ। ਸੋ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇੱਕ ਧਾਰਮਿਕ ਸੰਸਥਾ ਹੈ, ਜੋ ਜਿਹਦਾ ਰੋਲ, ਇੱਕ ਗੱਲ ਹੋ ਸਕਦੀ ਹੈ ਕਦੇ, ਚਲੋ ਮੈਂ ਕਹਿ ਸਕਦਾ ਹਾਂ ਕਿ ਜਿਹੜੇ ਲੋਕ ਪਾਰਟੀਆਂ ਦੇ ਵਿੱਚ ਵੱਖ-ਵੱਖ ਜੁੜੇ ਹੁੰਦੇ ਆ, ਲੇਕਿਨ ਜਿਨ੍ਹਾਂ ਦੀ ਮਾਨਸਿਕਤਾ ਕਿਸੇ ਵੀ ਧਰਮ ਦੇ ਵਿੱਚ ਹੈ, ਜੇ ਕਿਤੇ ਕੋਈ ਗੱਲ ਚੱਲਦੀ ਹੈ ਤੇ ਕੋਈ ਇਹ ਗੱਲ ਜ਼ਰੂਰ ਆ ਸਕਦੀ ਹੈ ਕਿ ਜੇ ਕੋਈ ਸ਼੍ਰੋਮਣੀ ਕਮੇਟੀ ਦੇ ਵਿੱਚ ਕਮੀਆਂ ਰਹੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੰਮ ਸੀ ਉਹਨਾਂ ਕੰਮਾਂ ਤੋਂ ਕੋਈ ਕਿਤੇ ਅਣਗਹਿਲੀ ਹੋਈ ਹੋਵੇ, ਪਿੱਛੇ ਰਹਿ ਗਈ ਹੋਵੇ, ਤਾਂ ਇੱਕ ਸਿੱਖ ਹੋਣ ਦੇ ਨਾਤੇ ਮੰਨ ਲਓ ਮੈਨੂੰ ਵੀ ਅਧਿਕਾਰ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਹੀ ਹੋਣੀ ਚਾਹੀਦੀ ਹੈ, ਸਿੱਖਿਆ ਦੇ ਖੇਤਰ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ, ਸਿਹਤ ਦੇ ਖੇਤਰ ਦੇ ਵਿੱਚ ਸ਼੍ਰੋਮਣੀ ਕਮੇਟੀ ਬਹੁਤ ਕੁਝ ਕਰ ਸਕਦੀ ਹੈ ਪੰਜਾਬ ਦੇ ਵਿੱਚ। ਅੱਜ ਤਾਂ ਮੇਰਾ ਕਹਿਣਾ ਇਹ ਹੈ ਕਿ ਕਿਤੇ ਕੋਈ ਅਜਿਹੀ ਗੱਲ ਹੋ ਸਕਦੀ ਹੈ ਕਿਸੇ ਵੱਲੋਂ, ਲੇਕਿਨ ਕੋਈ ਅਜਿਹੀ ਗੱਲ ਭਾਰਤੀ ਜਨਤਾ ਪਾਰਟੀ ਦੇ ਤੌਰ ਤੇ ਨਹੀਂ ਹੈ। ਮੈਂ ਅੱਜ ਵੀ ਕਲੀਅਰ ਕਰਦਾ ਕਿ ਸਾਡੀ ਕੋਈ ਮਨਸ਼ਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਕੋਈ ਹਿੱਸਾ ਕਰੀ। ਨਹੀਂ, ਦੇਖੋ, ਓਪਨਲੀ ਆ ਕੇ ਤਾਂ ਬੀਜੇਪੀ ਇਸ ਨੂੰ ਨਹੀਂ ਕਹੇਗੀ, ਪਰ ਸਵਾਲ ਇਹ ਹੈ ਕਿ ਮੀਟਿੰਗਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ। ਤੁਸੀਂ ਇਹ ਦੱਸੋ। ਬਿਲਕੁਲ, ਜੋ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਮਨਜਿੰਦਰ ਸਿੰਘ ਸਿਰਸਾ ਨੇ ਫੋਨ ਕੀਤਾ, ਇਕਬਾਲ ਸਿੰਘ ਲਾਲਪੁਰਾ ਦੇ ਉੱਤੇ ਇਲਜ਼ਾਮ ਹੈ ਕਿ ਉਹ ਕਾਲ ਕਰਕੇ ਜਿਹੜੇ ਮੈਂਬਰ ਨੇ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੇਖੋ, ਮੈਂ ਪਹਿਲਾਂ ਇੱਕ ਗੱਲ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਵੀ, ਦੇਖੋ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਲੇਕਿਨ ਚਲੋ, ਜੇ ਹੁਣ ਗੱਠਜੋੜ ਟੁੱਟਣ ਤੋਂ ਬਾਅਦ ਇੱਕ ਧਾਰਮਿਕ ਮਾਮਲਾ ਹੈ ਜੀ, ਅਸੀਂ ਰਾਜਸੀ ਤੌਰ ਤੇ ਕੋਈ ਵੀ ਜਿਹੜੀ ਇਹ ਸਿੱਖਾਂ ਦੀ ਧਾਰਮਿਕ ਸੰਸਥਾ ਹੈਗੀ ਹੈ, ਸਾਡਾ ਕੋਈ ਦਖਲਅੰਦਾਜ਼ੀ ਅਸੀਂ ਨਾ ਪਹਿਲਾਂ ਕੀਤੀ ਸੀ, ਨਾ ਹੋਵੇਗੀ ਔਰ ਨਾ ਕਰਾਂਗੇ। ਠੀਕ ਹੈ ਚਾਵਲਾ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਬਿਲਕੁਲ ਆ ਰਹੀ ਸਰ, ਆ ਰਹੀ ਹੈ। ਠੀਕ ਹੈ, ਤੁਹਾਡੀ ਤਸਵੀਰ ਜੀ ਹੁਣ ਉਹ ਵੀ ਪਹੁੰਚ ਰਹੀ ਹੈ। ਚਾਵਲਾ ਜੀ, ਬੀਜੇਪੀ ਦੇ ਉੱਤੇ ਇੰਨੇ ਇਲਜ਼ਾਮ ਕਿਉਂ? ਦੇਖੋ, ਬੀਬੀ ਜਗੀਰ ਕੌਰ ਵੀ ਕਹਿੰਦੇ ਨੇ ਕਿ ਜਿਹੜੇ ਨਾਲ ਰਹੇ ਕਰੀਬ 3 ਦਹਾਕਿਆਂ ਤੱਕ, ਅੱਜ ਜੋ ਮੇਰੇ ਉੱਤੇ ਸਵਾਲ ਚੁੱਕ ਰਹੇ ਨੇ, ਆਰਐਸਐਸ ਦਾ ਇਲਜ਼ਾਮ ਲਗਾ ਰਹੇ ਨੇ। ਬੀਜੇਪੀ ਕਹਿ ਰਹੀ ਹੈ ਕਿ ਅਸੀਂ ਨਹੀਂ ਕਰ ਰਹੇ, ਕਿ ਤੁਹਾਡਾ ਆਪਣੇ ਘਰ ਦਾ ਮਸਲਾ ਤੁਸੀਂ ਖੁਦ ਨਿਬੇੜੋ। ਤੁਸੀਂ ਜਾ ਕੇ ਬੀਜੇਪੀ ਦੇ ਦੁਆਲੇ ਹੋ ਜਾਂਦੇ ਹੋ ਕਿ ਬੀਜੇਪੀ ਦਖਲਅੰਦਾਜ਼ੀ ਕਰ ਰਹੀ ਹੈ, ਕਿਉਂ? ਦੇਖੋ, ਇਹ ਗੱਲਾਂ ਕੋਈ ਬੱਚਿਆਂ ਦੀ ਖੇਡ ਤਾਂ ਹੈ ਨਹੀਂ ਜੀ, ਬਹੁਤ ਜ਼ਿੰਮੇਵਾਰ ਵਿਅਕਤੀਆਂ ਦੀ ਖੇਡ ਹੈ। ਵੱਡੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਮਸਲੇ ਆ ਜੀ। ਬੀਜੇਪੀ ਇਸ ਵੇਲੇ ਦੇਸ਼ ਦੀ ਹੁਕਮਰਾਨ ਪਾਰਟੀ ਆ
ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਬੜੀ ਪ੍ਰਮੁੱਖ ਪਾਰਟੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਿਹੜਾ ਸਾਰਾ ਪ੍ਰਬੰਧ ਹੈ ਅਸਲੇ ਸ਼੍ਰੋਮਣੀ ਅਕਾਲੀ ਦਲ ਦਾ। ਇਸ ਸਮੇਂ ਜਿਹੜੀਆਂ ਦੋਵੇਂ ਧਿਰਾਂ ਦੀ ਪਹਿਲਾਂ ਬਹੁਤ ਵੱਡੀ ਸਾਂਝ ਰਹੀ ਹੈ, ਇਹਨਾਂ ਨੂੰ ਪਤਾ ਦੋਨਾਂ ਧਿਰਾਂ ਨੂੰ ਇੱਕ ਦੂਜੇ ਨੂੰ ਆਪਾਂ ਜਾਣਦੇ ਆ। ਪਰ ਇੱਕ ਪੱਖ ਹੁੰਦੇ ਜ਼ਰੂਰ ਨਵਾਂ ਐਡ ਹੋਇਆ ਕਿ ਜਿਹੜਾ 60 ਸਾਲ ਪਹਿਲਾਂ ਕਾਂਗਰਸ ਦਾ ਬੋਲਬਾਲਾ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਰਿਹਾ ਜੀ, ਉਹ ਹੁਣ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਬੜੀ ਦੇਰ ਬਾਅਦ ਇਹ ਮੌਕਾ ਮਿਲਿਆ ਕਿ ਉਹ ਹਿੰਦੁਸਤਾਨ ਦੀ ਹੁਕਮਰਾਨ ਪਾਰਟੀ ਬਣੀ ਆ ਤੇ ਉਹ ਦੇਸ਼ ਨੂੰ ਆਪਣੇ ਹਿਸਾਬ ਦੇ ਨਾਲ ਸੈੱਟ ਕਰਨਾ ਚਾਹੁੰਦੀ ਹੈ ਸਾਰਾ ਕੁਝ ਦੇਸ਼ ਦੇ ਅੰਦਰ ਜੀ। ਉਹਦਾ ਸਭ ਤੋਂ ਵੱਡਾ ਦੋਸ਼ ਉਹ ਤਿਆਰ ਹੈ ਕਿ ਉਹ ਭਗਵਾਂ ਕਰਨਾ ਚਾਹੁੰਦੇ ਆ ਇਸ ਦੇਸ਼ ਦਾ। ਸਾਰੀਆਂ ਸੰਸਥਾਵਾਂ, ਸਾਰੀਆਂ ਸਰਕਾਰਾਂ, ਸਾਰਾ ਪੋਲੀਟੀਕਲ ਸਿਸਟਮ ਉਹ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੇ ਆ। ਇਸ ਕੰਮ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੇ ਇਹਦੇ ਲਈ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਸਾਡੇ ਜਿਹੜਾ ਅਸੀਂ ਮਹਿਸੂਸ ਕਰਦੇ ਆ ਕਿ ਉਹ ਅੱਜ ਘੱਟ ਗਿਣਤੀਆਂ ਦੇ ਉੱਤੇ ਉਹਨਾਂ ਦਾ ਅਟੈਕ ਜਿਹੜਾ ਉਹ ਆ ਰਿਹਾ। ਪਿਛਲੇ ਦਿਨਾਂ ਵਿੱਚ ਸਾਡੀਆਂ ਬੜੀਆਂ ਵੱਡੀਆਂ ਸ਼ਿਕਾਇਤਾਂ ਸੀ ਕੀਤੀਆਂ ਕਿ ਘੱਟ ਗਿਣਤੀਆਂ ਦੇ ਉੱਤੇ ਆ ਪਿੱਛੇ ਜੇ ਕਾਲਜਾਂ ਸਕੂਲਾਂ ਦੇ ਮਸਲੇ ਤੇ ਕੋਰਟਾਂ ਵਿੱਚ ਗਿਆ ਮਸਲਾ, ਆ ਪਿੱਛੇ ਜੇ ਪੰਜਾਬ ਦਾ ਚੰਡੀਗੜ੍ਹ ਦਾ ਮਸਲਾ ਆਇਆ, ਯੂਨੀਵਰਸਿਟੀ ਦਾ ਮਸਲਾ ਆਇਆ। ਇਹ ਸਾਰੇ ਮਸਲੇ ਜਿੰਨੇ ਆ ਇਹ ਸਾਰੇ ਮਸਲੇ ਘੱਟ ਗਿਣਤੀਆਂ ਨਾਲ ਜੁੜੇ ਹੋਏ ਮਸਲੇ ਆ ਜੀ। ਉਹਦੇ ਚ ਘੱਟ ਗਿਣਤੀ ਕਮਿਸ਼ਨ ਵੀ ਜਿਹੜਾ ਉਹਦੇ ਚ ਅੱਜ ਕੱਲ ਸਰਦਾਰ ਇਕਬਾਲ ਸਿੰਘ ਲਾਲਪੁਰਾ ਭਾਰਤੀ ਜਨਤਾ ਪਾਰਟੀ ਦੇ ਦੇਖੋ ਉਹ ਬਣਿਆ ਚੇਅਰਮੈਨ, ਔਰ ਕਿੰਨੀ ਸਿਤਮ ਜਰੀਫੀ ਆ ਕਿ ਤੁਸੀਂ ਦੇਖੋ ਕਿ ਉਹ ਇੱਕ ਪਾਸੇ ਉਸ ਕਾਂਸਟੀਟਿਊਸ਼ਨਲ ਕਮਿਸ਼ਨ ਦੇ ਚੇਅਰਮੈਨ ਹੈ, ਦੂਜੇ ਮਾਨੇ ਇਹਨਾਂ ਦੀ ਕਿਹੜਾ ਉਹ ਹੈਗੀ ਆ ਜਿਹੜੀ ਇਹਨਾਂ ਦੀ ਵੱਡੀ ਹੈਗੀ ਆ ਪਾਰਟੀ ਦੀ ਜ਼ਿੰਮੇਵਾਰੀ ਉਹ ਬੋਰਡ ਦੇ ਮੈਂਬਰ ਵੀ ਬਣਾਏ ਗਏ ਆ। ਪਾਰਟੀ ਦੇ ਬੋਰਡ ਦੇ ਮੈਂਬਰ ਨਹੀਂ ਬਣ ਸਕਦੇ। ਜੇ ਪਾਰਟੀ ਦੇ ਬੋਰਡ ਦੇ ਮੈਂਬਰ ਆ ਤੇ ਚੇਅਰਮੈਨ ਨਹੀਂ ਹੋ ਸਕਦੇ, ਨਾ ਮੈਂਬਰ ਹੋ ਸਕਦੇ ਆ। ਮੈਂ ਪਬਲਿਕ ਸਰਵਿਸ ਕਮਿਸ਼ਨ 'ਚ ਰਿਹਾ ਤੇ ਮੈਨੂੰ ਅਕਾਲੀ ਦਲ ਤੋਂ ਅਸਤੀਫਾ ਦੇਣਾ ਪਿਆ ਸੀ ਕਿ ਮੈਂ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਮੈਂ ਉੱਥੇ ਸੇਵਾ ਕਰਦੀ ਸੀ। ਚਾਵਲਾ ਇਹ ਤਾਂ ਚੈਲੰਜੇਬਲ ਹੈ ਨਾ, ਫਿਰ ਜੇ ਤੁਸੀਂ ਇਸ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਕੋਰਟ 'ਚ ਚੈਲੰਜੇਬਲ ਹੈ। ਪਰ ਮੈਂ ਇੱਕ ਚੀਜ਼ ਸਮਝਣੀ ਚਾਹੁੰਦਾ ਕਿ ਤੁਹਾਡੇ ਕਿੰਨੇ ਮੈਂਬਰਾਂ ਨੂੰ ਕਾਲ ਆ ਗਿਆ ਇਕਬਾਲ ਸਿੰਘ ਲਾਲਪੁਰਾ ਦਾ ਜਾਂ ਉਹਨਾਂ ਦੇ ਕਿਸੇ ਸਮਰਥਕ ਦਾ? ਸਾਡੇ ਸੁਣੋ ਗੱਲ, ਸਾਡੇ ਤਾਂ ਆ ਜਿਹੜੀ ਕੱਲ ਸਰਦਾਰ ਸਰਚਾਨ ਸਿੰਘ ਦੀ ਤੇ ਸਰਜੀਤ ਸਿੰਘ ਭਿੱਟੇਵੜ ਦੀ ਗੱਲਬਾਤ ਹੋਈ ਆਪਸ ਵਿੱਚ, ਉਹ ਕਾਲ ਉਹ ਤੁਹਾਡੇ ਸਾਹਮਣੇ ਆਡੀਓ ਕਾਲ, ਵੀਡੀਓ ਕਾਲ ਜੋ ਕੁਝ ਵੀ ਤੁਹਾਡੇ ਸਾਹਮਣੇ ਆਇਆ ਉਹ ਤੁਸੀਂ ਉਹਦਾ ਜ਼ਿਕਰ ਵੀ ਕਰ ਚੁੱਕੇ ਆ। ਇਹ ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਲਾਲਪੁਰਾ, ਇਹ ਲੋਕ ਇਸ ਵੇਲੇ ਸਰਕਾਰ ਦੇ ਵਿੱਚ ਜਿਹੜਾ ਸਿੱਖਾਂ ਨੂੰ ਵੰਡਣ ਵਾਲੀ ਕੁਹਾੜੀ ਦਾ ਦਸਤਾ ਬਣ ਚੁੱਕੇ ਆ। ਠੀਕ ਹੈ, ਜਿਹੜਾ ਸਿੱਖਾਂ ਨੂੰ ਮਾਰਨ ਵਾਲੀ ਕੁਹਾੜੀ ਮੈਂ ਇਸੇ ਪੁਆਇੰਟ ਦੇ ਉੱਤੇ ਆਉਣਾ, ਤੁਸੀਂ ਥੋੜੇ ਹੋਲਡ ਕਰੋ ਇੱਕ ਵਾਰੀ। ਇਨਫੈਕਟ ਸਾਡੇ ਨਾਲ ਇਸ ਸਮੇਂ ਪਰਮਜੀਤ ਸਿੰਘ ਸਹੌਲੀ ਜੀ ਜੁੜ ਚੁੱਕੇ ਨੇ, ਅਕਾਲੀ ਦਲ ਸੁਤੰਤਰ ਦੇ ਆਗੂ ਨੇ ਔਰ ਇਹ ਜਥੇਬੰਦੀ ਬੀਬੀ ਜਗੀਰ ਕੌਰ ਦੇ ਸਮਰਥਨ ਦੇ ਵਿੱਚ ਖੜੀ ਹੈ। ਸਹੌਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਕੋਲ ਆਉਣਾ, ਪਰ ਇੱਕ ਬੀਜੇਪੀ ਦਾ ਬਹੁਤ ਛੋਟਾ ਜਿਹਾ ਰਿਐਕਸ਼ਨ ਜ਼ਰੂਰੀ ਹੈ ਇੱਥੇ। ਸੋਢੀ ਸਾਹਿਬ। ਗੌਰਵ ਜੀ, ਚਾਵਲਾ ਸਾਹਿਬ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਮੈਂ ਪਹਿਲਾਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਇਹਨਾਂ ਨੇ ਵੀ ਮੰਨਿਆ ਤੇ ਮੈਂ ਵੀ ਕਹਿਣਾ ਕਿ ਬੜੇ ਲੰਮਾ ਚਿਰ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਵਿੱਚ ਸਾਂਝ ਰਹੀ ਹੈ। ਜਦੋਂ ਸਾਂਝ ਸੀ ਉਦੋਂ ਤਾਂ ਇਹਨਾਂ ਨੇ ਕੋਈ ਜਿਸ ਤਰ੍ਹਾਂ ਦੀ ਭਗਵੇਂ ਕਰਨ ਦੀ ਗੱਲ ਕੀਤੀ ਹੈ। ਮੈਂ ਪਹਿਲਾਂ ਵੀ ਕਹਿਣਾ ਕਿ ਸਾਡੀ ਕੋਈ ਨੀਤੀ ਨਹੀਂ, ਅਸੀਂ ਕੋਈ ਭਗਵਾ ਕਰਨ ਕਰੀਏ, ਅਸੀਂ ਇੱਕੋ ਹੀ ਦੇਸ਼ ਲੈ ਕੇ ਚੱਲੇ ਹਾਂ ਕਿ ਸਭ ਕਾ ਸਾਥ, ਸਭ ਕਾ ਵਿਕਾਸ ਤੇ ਸਭ ਕਾ ਵਿਸ਼ਵਾਸ। ਦੂਜੀ ਗੱਲ, ਹੁਣ ਜੇ ਮੈਂ ਕਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਢੀਂਡਸਾ ਸਾਹਿਬ ਬੜੇ ਸੀਨੀਅਰ ਲੀਡਰ ਹੈ ਔਰ ਇਹਨਾਂ ਦੀ ਪਾਰਟੀ ਦੇ ਥੰਮ ਸੀ, ਉਹਨਾਂ ਨੇ ਜੇ ਉਹ ਗਏ ਉਹਦੇ 'ਚ ਸਾਡਾ ਕੀ ਰੋਲ ਸੀ? ਜੇ ਫਿਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਗਏ ਉਹਨਾਂ ਦੇ ਵਿੱਚ ਸਾਡਾ ਕੀ ਰੋਲ ਸੀ? ਤੁਹਾਡੇ ਵਾਲੇ ਪਾਸੇ ਆ ਕੇ ਜੁੜ ਗਏ ਨਾ ਸਰ, ਉਹ ਅਲਾਈਅੰਸ ਤਾਂ ਤੁਹਾਡੇ ਨਾਲ ਕਰਦੇ ਨੇ। ਨਹੀਂ, ਅਲਾਈਅੰਸ ਦਾ ਮਤਲਬ ਨਹੀਂ ਜੇ ਜਗਮੀਤ ਬਰਾੜ ਜੀ ਨੇ ਗੱਲ ਚੱਕੀ ਉਹ ਵੀ ਤਾਂ ਕੋਈ ਸਾਡਾ ਉਹਦੇ ਪਿੱਛੇ ਕੀ ਰੋਲ ਸੀ? ਅੱਜ ਮੈਂ ਪਹਿਲਾਂ ਵੀ ਕਿਹਾ ਕਿ ਚੁਣੇ ਹੋਏ ਮੈਂਬਰਾਂ ਦੇ ਵਿੱਚੋਂ ਜੇ ਕਿਸੇ ਨੇ ਇੱਛਾ ਜ਼ਾਹਰ ਕੀਤੀ ਹੈ ਤਾਂ ਇਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਹੈ। ਆਪਣੇ ਅੰਦਰੂਨੀ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉੱਤੇ ਬਲੇਮ ਲਾਉਣ ਦਾ ਜਿਹੜਾ ਕੋਈ ਇਹ ਗੱਲ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ, ਮੈਂ ਇਸ ਗੱਲ ਨਾਲ ਬਿਲਕੁਲ ਹਾਮੀ ਨਹੀਂ। ਜਿਹੜੀ ਤੁਸੀਂ ਗੱਲ ਪ੍ਰੋਫੈਸਰ ਸਾਹਿਬ ਦੀ ਆਡੀਓ ਦੀ ਕਰ ਰਹੇ ਹੋ, ਤੁਹਾਡਾ ਹੀ ਟੀਵੀ ਕੱਲ ਗੌਰਵ ਜੀ ਮੈਂ ਉੱਤੇ ਸਾਰਾ ਸੁਣਿਆ, ਉਹ ਕਹਿੰਦਾ ਕਿ ਜੇ ਕੋਈ ਸਿੱਖ ਹੋਣ ਦੇ ਨਾਤੇ ਮੈਨੂੰ ਲੱਗਿਆ ਕਿ ਜੇ ਕੋਈ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਗੱਲਾਂ ਨੇ ਜਾਂ ਕਮੀਆਂ ਨੇ ਉਹਨੂੰ ਦੂਰ ਕਰਨ ਵਾਸਤੇ ਜੇ ਉਹਨਾਂ ਦੀ ਕੋਈ ਚਰਚਾ ਹੋਈ
ਔਰ ਚਰਚਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਇੱਕ ਵਿਸ਼ਵਾਸ ਨਾਲ ਗੱਲ ਕੀਤੀ, ਚਲੋ ਉਹਨਾਂ ਨੇ ਜਨਤਕ ਕਰਤੀ। ਠੀਕ ਹੈ। ਲੇਕਿਨ ਮੈਂ ਪਹਿਲਾਂ ਵੀ ਕਿਹਾ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਕੀ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਗਏ, ਕੀ ਸਾਡਾ ਵਿਸ਼ਵਾਸ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਅਸੀਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਆ। ਜੇ ਸਾਨੂੰ ਕੋਈ ਜੇ ਕੋਈ ਅਸੀਂ ਸੁਧਾਰ ਵਾਸਤੇ ਗੱਲ ਕਹਿ ਦਿਆਂਗੇ ਇੱਕ ਪਾਰਟੀ ਤੋਂ ਪਾਸੇ ਹੋ ਕੇ, ਉਹਨੂੰ ਉਹਦੇ ਨਾਲ ਨਹੀਂ ਜੋੜਨਾ ਚਾਹੀਦਾ। ਆਪਣੀ ਮਨਪਸੰਦ ਦਾ ਪ੍ਰਧਾਨ ਲਗਵਾ ਕੇ ਤੁਹਾਨੂੰ ਲੱਗਦਾ ਕਿ ਸੁਧਾਰ ਹੋ ਜਾਏਗਾ? ਨਹੀਂ ਜਦੋਂ ਅਸੀਂ ਦੇਖੋ ਬਤੌਰ ਇੱਕ ਸਿੱਖ ਆਗੂ ਤੁਸੀਂ ਕਹਿ ਰਹੇ ਹੋ, ਪਰ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਜੇਕਰ ਕੋਈ ਸਿੱਖ ਆਗੂ ਬੀਜੇਪੀ ਦੇ ਵਿੱਚ ਹੈ ਤੇ ਉਹ ਜਾ ਕੇ ਐਸਜੀਪੀਸੀ ਇਲੈਕਸ਼ਨ ਦੇ ਵਿੱਚ ਕੋਈ ਗੱਲ ਕਰ ਰਿਹਾ ਤਾਂ ਫਿਰ ਉਹ ਬੀਜੇਪੀ ਦੀ ਦਖਲਅੰਦਾਜ਼ੀ ਨਾ ਮੰਨੀ ਜਾਵੇ? ਨਹੀਂ ਮੈਂ ਜਿਹੜੀ ਗੱਲ ਕਰਨੀ ਚਾਹਣਾ ਹੈ, ਮੇਰੇ ਵੱਲੋਂ ਅੱਜ ਵੀ ਮੈਂ ਕਹਿ ਰਿਹਾ ਸੀ ਭਾਰਤੀ ਜਨਤਾ ਪਾਰਟੀ ਵੱਲੋਂ, ਚਾਹੇ ਪ੍ਰਧਾਨ ਧਾਮੀ ਸਾਹਿਬ ਬਣਨ, ਚਾਹੇ ਪ੍ਰਧਾਨ ਬੀਬੀ ਜਗੀਰ ਕੌਰ ਬਣੇ, ਮੈਂ ਸ਼੍ਰੋਮਣੀ ਕਮੇਟੀ ਤੋਂ ਜਿਹੜੀ ਅਸੀਂ ਆਸ ਰੱਖਦੇ ਹਾਂ ਕਿ ਪੰਜਾਬ ਦੀ ਅੱਜ ਦੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਬਹੁਤ ਵੱਡੀ ਲੋੜ ਹੈ। ਅੱਜ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਦੇ ਨਾ ਹੋਣ ਦੇ ਨਾਤੇ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਦੇ ਵਿੱਚ ਫਸੀ ਹੈ, ਦਲਦਲ ਦੇ ਵਿੱਚ, ਉਹ ਨਿਕਲ ਸਕਦੀ ਹੈ। ਨਹੀਂ ਸਾਡੇ ਸਭ ਉਸ ਪੁਆਇੰਟ ਦੇ ਉੱਤੇ ਤਾਂ ਪਾਵਾਂਗੇ ਕਿ ਮੌਜੂਦਾ ਸਮੇਂ ਕੀ ਪ੍ਰਧਾਨ ਕੌਣ ਹੋਏਗਾ ਉਸ ਦੇ ਉੱਤੇ ਪੂਰਾ ਰੇਡ ਕਵਰ ਕਰਾ ਰਿਹਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ, ਚਾਵਲਾ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ, ਸੋਹਲੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਪਰਮਜੀਤ ਜੀ, ਸਭ ਤੋਂ ਪਹਿਲਾ ਸਵਾਲ ਇਹ ਦੇਖੋ, ਅਕਾਲੀ ਦਲ ਇਸ ਸਮੇਂ ਦਾਅਵਾ ਕਰ ਰਿਹਾ ਕਿ 100 ਤੋਂ ਜ਼ਿਆਦਾ ਮੈਂਬਰ ਮੀਟਿੰਗ ਦੇ ਵਿੱਚ ਪਹੁੰਚ ਗਏ। ਪਿਛਲੀ ਵਾਰ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਪਈਆਂ ਸੀ ਤੇ ਇਸ ਵਾਰ ਨੰਬਰ ਵਧਣਗੇ ਘਟਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਮੈਂ ਇੱਕ ਗੱਲ ਕਲੀਅਰ ਕਰਦਾ ਕਿ ਜੇ ਇਹਨਾਂ ਕੋਲ 100 ਮੈਂਬਰ ਹੈ ਜੀ, ਫਿਰ ਨੀਂਦ ਕਿਉਂ ਨਹੀਂ ਆ ਰਹੀ? ਦਿੱਕਤ ਕਿੱਥੇ ਹੈ? ਪ੍ਰੋਬਲਮ ਕਿੱਥੇ ਆ ਗਈ? ਇਹ ਜਿਹੜਾ ਅੱਜ ਵੀ ਬਾਦਲ ਦੇ ਪਰਿਵਾਰ ਚੋਂ ਜਿਹੜੇ ਟੁੱਟ ਕੇ ਲੋਕ ਆਪਣੀ ਜ਼ਮੀਰ ਦੀ ਆਵਾਜ਼ ਨਾਲ ਮੈਦਾਨ ਚ ਆਏ ਨੇ, ਜਿਵੇਂ ਬੀਬੀ ਜਗੀਰ ਕੌਰ ਵੀ ਆਏ ਨੇ, ਇਹਨਾਂ ਦਾ ਇੱਕ ਸੱਭਿਆਚਾਰਕ ਸਿਸਟਮ ਹੈ ਪੁਰਾਣਾ ਚੱਲਿਆ ਆਉਂਦਾ ਬਾਦਲ ਪਰਿਵਾਰ ਦਾ। ਜਿੰਨੇ ਇਹਨਾਂ ਨਾਲ ਲੱਗੇ ਹੋਏ ਲੋਕ ਨੇ, ਇਹਨਾਂ ਨੂੰ ਵਿਚਾਰਿਆਂ ਨੂੰ ਚਾਹੇ ਚਾਵਲਾ ਹੋਵੇ ਚਾਹੇ ਕੋਈ ਹੋਰ ਹੋਵੇ, ਉਹਨਾਂ ਨੂੰ ਬੋਲਣੀ ਪੈਂਦੀ ਹੈ। ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਹੈ ਕਿ ਜਿਹੜਾ ਇਹ ਪਰਿਵਾਰ ਦੇ ਖਿਲਾਫ ਬੋਲੂ ਉਹਨੂੰ ਅਸੀਂ ਪੰਥ ਵਿਰੋਧੀ, ਕੌਮ ਵਿਰੋਧੀ, ਉਹਦੇ ਤੇ ਪਹਿਲਾਂ ਸਾਡੇ ਤੇ ਠੱਪਾ ਸੀ ਵੀ ਕਾਂਗਰਸ ਦੀ ਇਹ ਬੀ ਟੀਮ ਨੇ। ਹੁਣ ਇਹਨਾਂ ਨੇ ਨੌ ਮਾਸ ਦਾ ਰਿਸ਼ਤਾ ਭਾਜਪਾ ਨਾਲੋਂ ਟੁੱਟ ਕੇ ਵੱਖ ਹੋ ਗਏ। ਹੁਣ ਇਹਨਾਂ ਨੇ ਰਾਗ ਲਾਪਣਾ ਸ਼ੁਰੂ ਕਰਤਾ ਜੀ। ਇਹਨਾਂ ਨੂੰ ਭਾਜਪਾ ਚੱਕਦੀ ਹੈ, ਇਹਨਾਂ ਚ ਆਰਐਸਐਸ ਆ ਬੜੀ। ਤੁਸੀਂ ਇਹ ਦੱਸੋ ਵੀ ਕਿੰਨੇ ਸਾਲ ਹੋਏ ਨੇ ਭਾਜਪਾ ਨਾਲੋਂ ਰਿਸ਼ਤਾ ਟੁੱਟੇ ਨੂੰ? ਇਹਦੇ ਕਰਕੇ ਇਹ ਸਾਰਾ ਡਰਾਮੇਬਾਜ਼ੀ ਹੈ। ਅਸੀਂ ਤਾਂ ਇਹ ਕਹਿੰਦੇ ਆ ਕਿ ਇਹ ਪਰਿਵਾਰ ਨੇ ਜਿਵੇਂ ਝੂਠੇ ਸੌਦੇ ਵਾਲੇ ਨੂੰ ਮਾਫੀਆਂ ਦਿੱਤੀਆਂ, ਬਹੁਤ ਲੰਮੀ ਲਿਸਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਰੰਪਰਾਵਾਂ ਦਾ, ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦਾ ਜੋ ਘਾਣ ਹੋਇਆ, ਅੱਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਚ ਲੋਕ ਨੇ ਉਹਨਾਂ ਚ ਦੱਸਣ ਕਿੰਨੇ ਅੰਮ੍ਰਿਤਧਾਰੀ ਨੇ, ਕਿੰਨੇ ਗੁਰੂ ਦੇ ਲੜ ਲੱਗੇ ਹੋਏ ਨੇ। ਜਦੋਂ ਸ਼੍ਰੋਮਣੀ ਅਕਾਲੀ ਦਲ ਸੀ, ਇਤਿਹਾਸ ਸੀ, ਦੁਨੀਆ ਨਮਸਕਾਰ ਕਰਦੀ, ਫਤਿਹ ਬਣਾਉਂਦੀ ਸੀ। ਨਹੀਂ ਪਰ ਦੇਖੋ ਸੋਹਲੀ ਸਾਹਿਬ, ਬੀਬੀ ਜਗੀਰ ਕੌਰ ਤਾਂ 10 ਦਿਨ ਪਹਿਲਾਂ ਸੀ ਅਕਾਲੀ ਦਲ ਦੇ ਵਿੱਚ ਤੇ ਉਹ ਹੁਣ ਮੌਜੂਦਾ ਸਮੇਂ ਦੇ ਵਿੱਚ ਸਵਾਲ ਚੁੱਕ ਰਹੇ ਨੇ। ਮੈਂ ਕਹਿ ਰਿਹਾ ਵੀ ਤਕਲੀਫ ਇਹਨਾਂ ਨੂੰ ਕਿਉਂ? ਉਹ ਬਾਦਲ ਦੇ ਪਰਿਵਾਰ ਚੋਂ ਨਿਕਲ ਕੇ ਆਈ ਆ ਜੀ। ਜੇ ਨਿਕਲ ਕੇ ਆ ਕੇ ਉਹ ਮੈਦਾਨ ਚ ਆ ਕੇ ਜਨਤਕ ਆ ਗਈ, ਨਹੀਂ ਫਿਰ ਉਹੀ ਤਾਂ ਇਲਜ਼ਾਮ ਲਗਾ ਰਹੇ ਨੇ, ਕਹਿੰਦੇ ਜਦੋਂ ਤੱਕ ਪ੍ਰਧਾਨਗੀ ਦਿੱਤੀ ਜਾਂਦੀ ਰਹੀ ਉਸ ਸਮੇਂ ਤੱਕ ਠੀਕ ਸੀ, ਜਦੋਂ ਪ੍ਰਧਾਨਗੀ ਨਹੀਂ ਮਿਲੀ ਤਾਂ ਗਲਤ ਹੋ ਗਏ। ਕੋਈ ਪ੍ਰਧਾਨਗੀ ਦੀ ਗੱਲ ਨਹੀਂ, ਕਿਸੇ ਦੀ ਵੀ ਜ਼ਮੀਰ ਜਾਗ ਸਕਦੀ ਹੈ। ਉਹ ਕਈ ਪਹਿਲਾਂ ਘੁੱਟਣ ਮਹਿਸੂਸ ਕਰਦਾ ਰਿਹਾ, ਇਹਨਾਂ ਸੁਖਦੇਵ ਸਿੰਘ ਢੀਂਡਸਾ ਕਦੋਂ ਆਏ, ਦੂਜੇ ਕਦੋਂ ਟੁੱਟੇ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਬਾਹਰ ਕੱਢੇ, ਭਾਈ ਰਣਜੀਤ ਸਿੰਘ ਬਾਹਰ ਕੱਢੇ। ਇਹਨਾਂ ਦਾ ਬੀਬੀ ਨੇ ਆਵਾਜ਼ ਮਾਨਸਰ ਜਿੱਤੀ ਆ ਉਹ ਵੀ ਲਿਫਾਫਾ ਕਲਚਰ ਤਾਂ ਬੰਦ ਕਰਾਤਾ। ਨਹੀਂ, ਹੁਣ ਪਹਿਲਾਂ ਧਾਮੀ ਦਾ ਐਲਾਨ ਕਰਨਾ ਪੈ ਗਿਆ ਇਹਨਾਂ ਨੂੰ। ਹੁਣ ਇਹਨਾਂ ਕੋਲ ਕੋਈ ਨਹੀਂ ਹੈ, ਇਹ ਸੁਣਸਣਾ ਵਜਾ ਰਹੇ ਨੇ। ਅਸੀਂ ਕਹਿੰਦੇ ਆ ਕਿ ਬੇਅਦਬੀਆਂ ਜੋ ਕੁਝ ਹੋਇਆ ਬਾਦਲਾਂ ਦੇ ਰਾਜ ਭਾਗ ਦੇ ਹੁੰਦੇ, ਅੱਜ ਮੌਕਾ ਜਿੰਨੇ ਵੀ ਪੰਥ ਦਰਦੀ ਨੇ, ਕੌਮ ਦਰਦੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੋ ਮੈਂ ਜਵਾਬ ਲੈ ਲਵਾਂ, ਮੈਂ ਤੁਹਾਡੇ ਕੋਲ ਆ ਰਿਹਾ, ਆਪਣੀ ਜ਼ਮੀਰ ਦੀ ਆਵਾਜ਼ ਤੇ ਫੈਸਲਾ ਕਰਨ। ਠੀਕ ਹੈ, ਬੀਬੀ ਜਗੀਰ ਕੌਰ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਤੇ ਉੱਥੇ ਫੈਸਲਾ ਕੀਤਾ ਹੈ। ਚਾਵਲਾ ਜੀ ਕਹਿੰਦੇ ਜੇ 100 ਮੈਂਬਰ ਨਾਲ ਨੇ ਫਿਰ ਨੀਂਦ ਕਿਉਂ ਨਹੀਂ ਆ ਰਹੀ? ਇਹ ਤਾਂ ਨੀਂਦ ਇਹਨਾਂ ਦੀ ਉੱਡੀ ਆ, ਤਾਂ ਹੀ ਗੱਲ ਕਰ ਰਿਹਾ, ਤੁਹਾਨੂੰ ਭੁਲੇਖਾ ਪੈ ਗਿਆ ਗੱਲ ਸਮਝਣ ਚ। ਨੀਂਦ ਉਹਨਾਂ ਨੇ ਆਪਣੀ ਗੱਲ ਕੀਤੀ ਵੀ ਸਾਨੂੰ ਫਿਰ ਨੀਂਦ ਕਿਉਂ ਨਹੀਂ ਆ ਰਹੀ, ਉਹਨਾਂ ਦੀ ਆਪਣੀ ਨੀਂਦ ਦਾ ਮਸਲਾ। ਸਾਡਾ ਤਾਂ ਸੋਲੀ ਸਾਹਿਬ ਨੰਗਾ ਚੁੱਕਾ 110 ਮੈਂਬਰ
110 ਮੈਂਬਰ ਨੰਗੇ ਚਿੱਟੇ ਖੜੇ ਕਰਤੇ ਤੇ ਬਾਕੀ ਕੱਲ ਨੂੰ ਆਉਣੇ ਆ ਜਿਹੜੇ ਅੱਜ ਨਹੀਂ ਆਏ ਉਹ ਕੱਲ ਵੀ ਪਹੁੰਚ ਰਹੇ ਆ। ਕੁਝ ਬੰਦੇ ਵਿਦੇਸ਼ 'ਚ ਆ ਜਿਹੜੇ ਅੱਜ ਬਿਆਨ ਉਹਨਾਂ ਦੇ ਆ ਰਹੇ ਆ ਵੀ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਆ। ਬਾਕੀ ਮੈਂ ਪਹਿਲਾ ਦਾਅਵਾ ਨਹੀਂ ਕਰਦਾ, ਕੱਲ ਨੂੰ ਰਿਜ਼ਲਟ ਆ ਜਾਣਾ ਸਾਹਮਣੇ, ਕੋਈ ਰੌਲਾ ਨਹੀਂ, ਕੋਈ ਨੀਂਦ ਆਈ ਤਾਂ ਕੋਈ ਨਹੀਂ। ਤੁਸੀਂ ਇਹਨਾਂ ਨੇ ਅੱਜ ਬੁਲਾ ਲਿਆ ਸਾਨੂੰ, ਅਸੀਂ ਤੁਹਾਡੇ ਸਾਹਮਣੇ ਆ ਕੇ ਬਹਿ ਗਏ ਆ। ਤੇ ਸੌਲੀ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਕਿ ਰਾਗ ਗੱਲ ਸੁਣੋ, ਜਿਹੜੀ ਆ ਗੱਲ ਸੁਣੀ ਯਾਰ, ਐਵੇਂ ਉੱਚੀ ਉੱਚੀ ਬੋਲਣ ਨਾਲ ਨਹੀਂ ਗੱਲਾਂ ਬਣਦੀਆਂ। ਸੌਲੀ ਸਾਹਿਬ ਮੈਂ ਇੱਕ ਵਾਰੀ ਗੱਲ ਕੰਪਲੀਟ ਹੋ ਲੈਣ ਦੇ ਕੀ ਕਰਕੇ ਲੋਕਾਂ ਤੱਕ ਗੱਲ ਪਹੁੰਚ ਪਾਉਂਦੀ। ਸੌਲੀ ਜੀ ਮੈਂ ਤੁਹਾਡੇ ਕੋਲ ਆਇਆ, ਬੇਫਿਕਰ ਹੋ, ਟਾਈਮ ਆਪਣੇ ਕੋਲ ਖੁੱਲਾ ਹੈਗਾ, ਆਪਾਂ ਪੂਰਾ ਟਾਈਮ ਤੁਹਾਨੂੰ ਦੇਵਾਂਗੇ। ਪਹਿਲਾਂ ਆਪਣੀ ਝੋਲੀ ਝਾੜ ਕੇ ਵੇਖ ਲੈ ਪੱਲੇ ਕੀ ਆ। ਉਹ ਬੀਬੀ ਦੇ ਮੁੱਛਾਂ ਲੱਗੀਆਂ ਹੁਣ, ਜਿਹੜੀਆਂ ਕੱਲ ਬੀਬੀ ਦੇ ਤੁਸੀਂ ਗੱਲਾਂ ਕਰਦੇ ਸੀ ਬੀਬੀ ਬਾਰੇ, ਪਾਣੀ ਬੀਬੀ ਬਾਦਲ ਨੂੰ ਗਾਲਾਂ ਕੱਢਦੇ ਸੀ ਕਿ ਬੀਬੀ ਨੂੰ ਕਿਉਂ ਬਣਾਉਂਦਾ। ਉਹ ਬੀਬੀ ਉਹ ਦੋ ਤੋਸਤੀ ਹੋ ਗਈ ਅੱਜ, ਕੀ ਬਣ ਗਿਆ ਬੀਬੀ ਦਾ ਹੈ ਜੀ, ਮੈਨੂੰ ਦੱਸੋ ਪਹਿਲਾਂ। ਸੁਣ ਕੇ ਜਾਇਓ ਹੈ ਸੌਲੀ ਸਾਹਿਬ, ਜਵਾਬ ਦਵਾਂਗੇ, ਸੁਣ ਕੇ ਜਾਇਓ। ਠੀਕ ਹੈ, ਚਲੋ ਜਵਾਬ ਲੈ ਲਈਏ। ਚਾਵਲਾ ਜੀ ਥੋੜਾ ਇੰਤਜ਼ਾਰ ਕਰਿਓ। ਸੌਲੀ ਜੀ ਜਿਹੜਾ ਨਿੱਜੀ ਤੌਰ ਤੇ ਵੀਰ ਚਾਵਲਾ ਗੱਲ ਕਰ ਰਿਹਾ ਹੈ, ਪਰਿਵਾਰਕ ਰਿਸ਼ਤਾ ਚਾਵਲਾ ਜੀ ਤੁਹਾਡੇ ਨਾਲ ਹੋ ਸਕਦਾ ਹੈ, ਪਰਿਵਾਰਕ ਰਿਸ਼ਤਾ ਹੋਰ ਕਿਸੇ ਨਾਲ ਹੋ ਸਕਦਾ ਹੈ, ਪਰ ਜਿੱਥੇ ਕੌਮ ਦੀ ਗੱਲ ਹੈ, ਪੰਥ ਦੀ ਗੱਲ ਹੈ, ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਗੱਲ ਹੈ, ਜਿੱਥੇ ਝੂਠੇ ਸੌਦੇ ਵਾਲੇ ਨੂੰ ਦੇਹਧਾਰੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਿਠਾਉਣ ਦੀਆਂ ਗੱਲਾਂ ਨੇ, ਜਿੱਥੇ ਸਵਾਗ ਰਚਾਉਣ ਦੀਆਂ ਗੱਲਾਂ ਨੇ, ਇਹਨਾਂ ਗੱਲਾਂ ਦਾ ਜਿਹੜਾ ਵੀ ਬਾਦਲ ਚੋਂ ਟੁੱਟ ਕੇ ਆ ਕੇ ਕੱਲ ਨੂੰ ਤੁਸੀਂ ਆ ਜੇ, ਚਾਵਲਾ ਆ ਜੇ, ਅਸੀਂ ਚਾਗਲੇ ਦਾ ਵੀ ਸਵਾਗਤ ਕਰਾਂਗੇ। ਜਦੋਂ ਬਾਦਲਾਂ ਦੇ ਕਾਰਨਾਮੇ ਦੱਸੂਗਾ ਟੁੱਟ, ਅਸੀਂ ਤਾਂ ਸਾਰਿਆਂ ਨੂੰ ਆਵਾਜ਼ਾਂ ਮਾਰਦੇ ਆ ਵੀ ਆ ਜਾਓ ਨਿਕਲਿਓ, ਹੁਣ ਸਮਾਂ ਆ ਗਿਆ, ਮੈਦਾਨ ਚ ਆ ਕੇ ਦੱਸੋ ਵੀ ਇਹ ਟੱਬਰ ਨੇ ਕੀ ਕੁਛ ਕੀਤਾ ਹੋਇਆ। ਅਸੀਂ ਤਾਂ ਆਵਾਜ਼ਾਂ ਮਾਰਦੇ ਆ ਵੀਰ। ਨਹੀਂ ਸੋਹਲੀ ਸਾਹਿਬ, ਜਗੀਰ ਕੌਰ ਠੀਕ ਹੈ, ਮੇਰਾ ਇੱਕ ਸਵਾਲ ਹੈ ਸੋਹਲੀ ਸਾਹਿਬ, ਇਸ ਸਮੇਂ ਸਥਿਤੀ ਚ ਹੈ ਬੀਬੀ ਜਗੀਰ ਕੌਰ ਕੀ ਹਰਜਿੰਦਰ ਸਿੰਘ ਧਾਮੀ ਨੂੰ ਚੋਣ ਚ ਹਰਾ ਦੇਣਗੇ, ਤੁਸੀਂ ਦਾਅਵਾ ਕਰਦੇ ਹੋ? ਜਿਹੜਾ ਹਰਾਉਣ ਵਾਲੀ ਗੱਲ ਹੈ ਤਾਂ ਗੁਰੂ ਰਾਮਦਾਸ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਦੇਖਣਾ ਹੈ ਵੀ ਕਿਹੜੇ ਦਿੱਲੀ ਤਖਤ ਨਾਲ ਰਲੇ, ਕਿਹੜਿਆਂ ਨੇ ਦੇਹਧਾਰੀ ਪੈਦਾ ਕਰੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ, ਜਿਨ੍ਹਾਂ ਨੇ ਪਰੰਪਰਾਵਾਂ ਦਾ ਘਾਣ ਕੀਤਾ, ਜਿਨ੍ਹਾਂ ਦੇ ਹੁੰਦੇ 328 ਸਰੂਪ ਨਹੀਂ ਮਿਲ ਰਹੇ, ਕਿੱਥੇ ਗਏ ਜਿਹੜੇ ਗੁਰੂ ਦੀ ਰਾਖੀ ਨਹੀਂ ਕਰ ਸਕਦੇ, ਉਹ ਪਰੰਪਰਾ ਦੀ ਕੀ ਰਾਖੀ ਕਰਦੇ ਜੀ। ਠੀਕ ਹੈ, ਜਵਾਬ ਲੈ ਲਵਾਂ ਚਾਵਲਾ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ ਤੁਹਾਡੇ ਤੱਕ? ਚਾਵਲਾ ਜੀ ਆਵਾਜ਼ ਪਹੁੰਚ ਰਹੀ ਹੈ? ਹੈਲੋ ਚਲੋ ਲੱਗ ਰਿਹਾ ਹੁਣ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਮੈਂ ਇੱਕ ਵਾਰ ਰੁਕ ਕਰਦਾ ਸੋਢੀ ਜੀ ਦਾ। ਆਵਾਜ਼ ਤਾਂ ਪਹੁੰਚਦੀ ਆ, ਚੱਲਿਆ ਹੀ ਨਹੀਂ ਜਾਂਦਾ ਜੀ। ਠੀਕ ਹੈ ਚਾਵਲਾ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਤੁਹਾਡੀ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਮੈਂ ਰੱਖਾਂ ਜੀ ਚਾਵਲਾ ਜੀ। ਹੈਲੋ ਚਲੋ ਮੈਂ ਕੋਸ਼ਿਸ਼ ਕਰਦਾ ਦੁਬਾਰਾ ਚਾਵਲਾ ਜੀ ਨਾਲ ਅਸੀਂ ਜਿਹੜਾ ਸੰਪਰਕ ਆਪਣਾ ਸਾਧ ਸਕੀਏ, ਪਰ ਮੈਂ ਸੋਢੀ ਸਾਹਿਬ ਦਾ ਰੁਕ ਕਰਦਾ। ਸੋਢੀ ਸਾਹਿਬ, ਬਹੁਤ ਸਾਰੇ ਇਲਜ਼ਾਮ ਬੀਜੇਪੀ ਦੇ ਉੱਤੇ ਵਾਰ-ਵਾਰ ਲੱਗਦੇ ਨੇ, ਚਾਵਲਾ ਜੀ ਵੀ ਲਗਾ ਰਹੇ ਸੀ। ਹੁਣ ਪੁਆਇੰਟ ਇਹ ਹੈ ਕਿ ਬੀਜੇਪੀ ਦੀ ਇਸ ਸਮੇਂ ਸਥਿਤੀ ਕਿਵੇਂ ਤੁਸੀਂ ਲੋਕਾਂ ਸਾਹਮਣੇ ਰੱਖੋਗੇ ਕਿ ਜਦੋਂ ਤੁਹਾਡੇ ਜਿਹੜੇ ਆਗੂ ਨੇ ਉਹਨਾਂ ਦੇ ਨਾਮ ਸਾਹਮਣੇ ਆਉਂਦੇ ਨੇ। ਬੀਬੀ ਜਗੀਰ ਕੌਰ ਦਾਅਵਾ ਕਰ ਗਏ ਕਿ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੰ ਕਾਲ ਆਇਆ, ਇੱਕ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ, ਸਰਚਾਂਦ ਸਿੰਘ ਉਸ ਦੇ ਵਿੱਚ ਕਹੇ ਜਾ ਰਹੇ ਨੇ, ਤੇ ਦੂਜੇ ਪਾਸੇ ਹਰਿਆਣਾ ਦੇ ਸੀਐਮ ਦਾ ਜ਼ਿਕਰ ਹੋ ਰਿਹਾ ਹੈ ਕਿ ਉਹ ਮੀਟਿੰਗਾਂ ਕਰ ਰਹੇ ਨੇ। ਮੈਂ ਗੌਰਵ ਜੀ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇਲਜ਼ਾਮ ਲਾਉਣੇ ਸੌਖੇ ਨੇ, ਔਰ ਸਰਚਾਂਦ ਜੀ ਜਿਹੜੀ ਪ੍ਰੋਫੈਸਰ ਸਾਹਿਬ ਦੀ ਵੀਡੀਓ ਆਈ ਸੀ ਉਹਦਾ ਵੀ ਮੈਂ ਤੁਹਾਨੂੰ ਹਵਾਲਾ ਦਿੱਤਾ ਸੀ ਕਿ ਉਹਨਾਂ ਨੇ ਕੀ ਕਿਹਾ ਜੀ। ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਲ ਜੇ ਮੇਰੇ ਦੋਸਤ ਕੋਈ ਗੱਲ ਕਰਦੇ ਨੇ ਤੇ ਮੈਂ ਵੀ ਇੱਕ ਸਿੱਖ ਹੋਣ ਦੇ ਨਾਤੇ ਇਹ ਗੱਲ ਕੀਤੀ ਹੈ ਕਿ ਚਲੋ ਜੇ ਕਿਸ ਤਰ੍ਹਾਂ ਦੇ ਕੋਈ ਮਰਜ਼ੀ ਪ੍ਰਧਾਨ ਬਣੇ, ਜੇ ਕੋਈ ਸੁਧਾਰ ਹੋ ਸਕਦਾ ਹੋ ਜੇ, ਲੇਕਿਨ ਜਿਹੜੀ ਆਗੂਆਂ ਨੂੰ ਮਿਲਾਉਣ ਦੀ ਗੱਲ ਉਹਦੇ ਵਿੱਚ ਆਈ ਸੀ, ਇਹ ਤਾਂ ਗੌਰਵ ਜੀ ਤੁਸੀਂ ਵੀ ਸਮਝਦੇ ਹੋ ਕਿ ਕੋਈ ਵੀ ਵਿਅਕਤੀ ਜੇ ਕਿਸੇ ਦਾ ਕੋਈ ਇਰਾਦਾ ਹੈ ਜਾਂ ਕਿਸੇ ਵਿਅਕਤੀ ਦਾ ਕੋਈ ਇੱਛਾ ਹੈਗੀ ਹੈ ਕਿ ਮੈਂ ਕੋਈ ਫਲਾਨੀ ਪਾਰਟੀ ਜੁਆਇਨ ਕਰਨੀ ਹੈ ਜਾਂ ਮੈਂ ਕਿਸੇ ਲੀਡਰ ਨੂੰ ਤੁਹਾਡੇ ਨੂੰ ਮਿਲਣਾ ਚਾਹੁੰਦਾ, ਜੇ ਉਹ ਕੋਈ ਵਿਅਕਤੀ ਗੱਲ ਕਰਦਾ ਉਹਦੀ ਆਪਣੀ ਮਰਜ਼ੀ ਹੋ ਸਕਦੀ ਹੈ, ਨਾ ਕਿ ਕੋਈ ਇਸ ਨੂੰ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਨਾਲ ਜੋੜ ਕੇ ਦੇਖੀਏ। ਦੇਖੋ ਜਿੱਥੋਂ ਤੱਕ ਮਨਜਿੰਦਰ ਸਿੰਘ ਸਿਰਸਾ ਜੀ ਦਾ ਸਵਾਲ ਹੈ, ਮੇਰੇ ਕੋਲੇ ਕੋਈ ਅਜਿਹੀ ਗੱਲ ਨਹੀਂ ਹੈ, ਨਾ ਹੀ ਕੋਈ ਪਾਰਟੀ ਦੇ ਵਿੱਚ ਕੋਈ ਸਾਡੀ ਇਹੋ ਜਿਹੀ ਗੱਲ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਤੇ ਨੀਤੀ ਬਣੀ ਹੋਵੇ ਜਾਂ ਗੱਲਬਾਤ ਹੋਈ ਹੋਵੇ। ਮੈਂ ਤੁਹਾਡੇ ਨੈਸ਼ਨਲ ਚੈਨਲ ਤੇ ਬੈਠ ਕੇ ਇਸ ਗੱਲ ਦੀ ਬਿਲਕੁਲ ਪ੍ਰੋੜਤਾ ਕਰਦਾ ਔਰ ਸੱਚਾਈ ਪੇਸ਼ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਵੀ ਕਦੇ ਧਾਰਮਿਕ ਮਾਮਲਿਆਂ ਦੇ ਵਿੱਚ ਜਾਂ ਕਿਸੇ ਵੀ ਵਰਗ ਦਾ ਕੋਈ ਧਰਮ ਹੈ, ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਨਹੀਂ, ਫੋਨ ਕਾਲ ਆ ਰਹੇ ਨੇ ਸਰ,
ਨਹੀਂ ਫੋਨ ਕਾਲ ਆ ਰਹੇ ਹੈ, ਕਿਸੇ ਦੇ ਕੋਲ ਪਹੁੰਚਦੇ ਨੇ ਤਾਂ ਇਸ ਕਰਕੇ ਕੁਐਸਚਨ ਮਾਰਕ ਖੜਾ ਹੋ ਜਾਂਦਾ ਹੈ। ਨਹੀਂ, ਜੇ ਕੋਈ ਫੋਨ ਕਾਲ ਆਇਆ ਹੈ, ਉਹ ਫੋਨ ਕਾਲ ਕਿਸੇ ਦਾ ਕਿਸ ਤਰ੍ਹਾਂ ਆਇਆ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ, ਲੇਕਿਨ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਕਿ ਸਾਡੀ ਪਾਰਟੀ ਦੀ ਕੋਈ ਨੀਤੀ ਨਹੀਂ ਹੈ ਕਿ ਸਾਡਾ ਧਿਆਨ ਹੀ ਨਹੀਂ ਹੈ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਬਾਰੇ। ਸਾਡੇ ਤਾਂ ਸਾਰੀ ਲੀਡਰਸ਼ਿਪ, ਕੋਈ ਗੁਜਰਾਤ ਬੈਠਾ ਹੈ, ਕੋਈ ਹਿਮਾਚਲ ਦੇ ਵਿੱਚ ਬੈਠਾ ਹੈ, ਅਸੀਂ ਤਾਂ ਸਾਰੇ ਉੱਧਰ ਲੱਗੇ ਹੋਏ ਆ। ਸੋ ਇਸ ਕਰਕੇ ਮੈਂ ਤਾਂ ਹੁਣ ਵੀ ਕਹਿਣਾ ਹੈ ਕਿ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਵਿੱਚ ਕੋਈ ਦਫਾੜ ਨਾ ਪਵੇ। ਜੇ ਦਫਾੜ ਪੈਂਦਾ, ਕੋਈ ਵਿਰੋਧਤਾ ਪੈਦਾ ਹੁੰਦੀ ਹੈ, ਉਹਦੇ ਨਾਲ ਜਿਹੜੇ ਸ਼੍ਰੋਮਣੀ ਕਮੇਟੀ ਨੇ ਕੰਮ ਕਰਨੇ ਆ, ਕੋਈ ਮਤੇ ਪਾਸ ਹੋਣੇ ਆ, ਉਹਤੇ ਵੀ ਅਸਰ ਪੈਂਦਾ ਹੈ। ਸੋ ਇਸ ਕਰਕੇ ਸਾਡੀ ਤਾਂ ਇੱਛਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚੰਗੀ ਹੋਂਦ ਦੇ ਵਿੱਚ ਆਈ ਹੈ। ਹੱਲਾਸ਼ੇਰੀ ਤੁਹਾਡੀ ਹੈ, ਕਹਿੰਦੇ ਬੀਜੇਪੀ ਵਾਲਿਆਂ ਦੀ ਹੱਲਾਸ਼ੇਰੀ ਹੈ ਬੀਬੀ ਜਗੀਰ ਕੌਰ ਨੂੰ, ਇਲਜ਼ਾਮ ਲਗਾਉਂਦੇ ਨੇ ਉਹ। ਨਹੀਂ, ਉਹ ਤਾਂ ਹੁਣ ਕਹਿਣ ਨੂੰ ਅਸੀਂ ਕੋਈ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਉੱਤੇ ਅਸੀਂ ਕੋਈ ਇਲਜ਼ਾਮ ਲਾ ਦਿੰਦੇ ਆ ਵੀ ਆਹ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ। ਇਲਜ਼ਾਮ ਲਾਉਣ ਦਾ ਮਤਲਬ ਨਹੀਂ ਹੈ, ਲੇਕਿਨ ਨੀਤ ਸਿੱਧੀ ਹੋਣੀ ਚਾਹੀਦੀ ਹੈ। ਸਾਡੀ ਨੀਤ ਬਿਲਕੁਲ ਸਾਫ਼ ਹੈ, ਅਸੀਂ ਕੋਈ ਧਾਰਮਿਕ ਮਾਮਲਿਆਂ ਵਿੱਚ ਨਾ ਦਖਲ ਦਿੱਤਾ ਨਾ ਦੇਣਾ। ਚਾਵਲਾ ਜੀ। ਹਾਂਜੀ। ਸੋਹਲੀ ਸਾਹਿਬ ਵੀ ਬਹੁਤ ਸਾਰੇ ਇਲਜ਼ਾਮ ਲਗਾ ਰਹੇ ਨੇ, ਇਸ ਵਿਚਾਲੇ ਬੀਜੇਪੀ ਬਹੁਤ ਸਪਸ਼ਟ ਕਰ ਰਹੀ ਹੈ। ਦੇਖੋ, ਇੱਕ ਤਾਂ ਬੀਜੇਪੀ ਕਹਿ ਰਹੀ ਹੈ ਕਿ ਤੁਸੀਂ ਆਪਣਾ ਨਿਬੇੜੋ, ਆਪਣਾ ਆਪਸ ਦੇ ਵਿੱਚ, ਤੁਹਾਡੇ ਘਰ ਦਾ ਇਹ ਕਲੇਸ਼ ਹੈ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਹੁਣ ਤੁਸੀਂ ਬਰਖਾਸਤ ਕਰ ਦਿੱਤੇ। ਉਹ ਕਹਿ ਰਹੇ ਕਿ ਸਾਡੇ ਉੱਤੇ ਇਲਜ਼ਾਮ ਨਾ ਲਗਾਓ, ਜਿਹੜਾ ਤੁਸੀਂ ਹਰ ਵਾਰੀ ਕਹਿ ਦਿੰਦੇ ਹੋ ਕਿ ਇਹਨਾਂ ਨੇ ਜਿਹੜੀ ਕੋਸ਼ਿਸ਼ ਦਖਲਅੰਦਾਜ਼ੀ ਦੀ ਕੀਤੀ ਹੈ। ਤੇ ਦੂਜੇ ਪਾਸੇ ਜਿਹੜੇ ਸੋਹਲੀ ਸਾਹਿਬ ਨੇ ਉਹਨਾਂ ਦੇ ਵੀ ਬਹੁਤ ਸਾਰੇ ਇਲਜ਼ਾਮ ਨੇ। ਸੋਹਲੀ ਸਾਹਿਬ ਦੇ ਇਲਜ਼ਾਮ ਤਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਵਿੱਚ ਮੇਰੇ ਕਾਲ ਆ ਗਈ ਤੇ ਕਾਲ ਕੱਟੀ ਗਈ ਜੀ। ਮੈਂ ਉਹ ਤੁਹਾਨੂੰ ਸਪਸ਼ਟ ਕਰ ਰਿਹਾ ਸੋਹਲੀ ਸਾਹਿਬ ਨੂੰ। ਸੋਹਲੀ ਸਾਹਿਬ ਭੁੱਲ ਜਾਂਦੇ ਆ ਕਿ ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਾਗ ਸੀ, ਸੋਹਲੀ ਸਾਹਿਬ ਸਾਡੇ ਨਾਲ ਹੀ ਰਹੇ ਆ। ਇਹਨਾਂ ਨੂੰ ਸਾਰਾ ਅਕਾਲੀ ਦਲ ਦਾ ਪਤਾ, ਸਾਰਾ ਨਾਲ ਰਹੇ ਆ, ਉਦੋਂ ਦਾ ਪੂਰਾ ਆਪਾਂ ਆਨੰਦ ਲੈਂਦੇ ਰਹੇ ਸਾਰੇ। ਅਸੀਂ ਬੜੇ ਮੇਰੇ ਚੰਗੇ ਦੋਸਤਾਂ ਚੋਂ ਆ ਸੋਹਲੀ ਸਾਹਿਬ, ਬੜੇ ਮਿੱਤਰਾਂ ਵਿੱਚੋਂ ਆ। ਪਰ ਗੱਲ ਉਹ ਵੀ ਜਦੋਂ ਸਮਾਂ ਬਦਲਦਾ ਤੇ ਬੰਦੇ ਨੂੰ ਬਦਲ ਨਹੀਂ ਜਾਣਾ ਚਾਹੀਦਾ। ਬੰਦੇ ਨੂੰ ਆਪਣੇ ਉਸੇ ਹੀ ਸਟੈਂਡ ਤੇ, ਉਸੇ ਵਿਚਾਰ ਦੇ ਵਿੱਚ ਰਹਿ ਕੇ ਕੋਈ ਚੰਗੀ ਕੋਈ ਗੱਲ ਆਉਂਦੀ ਆ ਉਹ ਜ਼ਰੂਰ ਦੱਸੇ। ਮੈਂ ਵੀ ਦੱਸ ਸਕਦਾ ਵੀ ਆਹ ਚੀਜ਼ ਤੇ ਗਲਤ ਆ। ਸਰਚਾਰ ਸਿੰਘ ਵੀ ਸਾਡਾ ਸਾਥੀ ਰਿਹਾ, ਲੇਕਿਨ ਹੁਣ ਸੋਢੀ ਸਾਹਿਬ ਤਾਂ ਮੁੱਕਰ ਹੀ ਰਹੇ ਆ। ਮੁੱਕਰ ਦਾ ਤੁਸੀਂ ਕੀ ਹੱਲ ਹੁੰਦਾ? ਮੁੱਕਰੇ ਬੰਦੇ ਦਾ ਕੀ ਹੱਲ ਹੁੰਦਾ ਜੀ? ਸਰਚਾਨ ਸਿੰਘ ਦੀ ਆਡੀਓ ਜੋ ਵੀ ਵੀਡੀਓ ਸਾਰਾ ਕੁਝ ਸਾਹਮਣੇ ਆ ਗਈ, ਉਹ ਪਤਾ ਲੱਗ ਗਿਆ ਕਿ ਉਹ ਕੀ ਪਾਰਟੀ ਕੀ ਕਰ ਰਹੀ ਆ। ਹੁਣ ਸਰਚਾਨ ਨੂੰ ਕਹਤਾ ਨਹੀਂ, ਉਹਦਾ ਸਰਚਾਨ ਸਿੰਘ ਐ ਕਹਿ ਰਿਹਾ, ਉਹਨੂੰ ਜੋ ਮਰਜ਼ੀ ਡਿਫਾਈਨ, ਜਿਸ ਤਰ੍ਹਾਂ ਚੋਰ ਦੀ ਗੱਲ ਸੁਣੋਗੇ ਕੋਰਟ 'ਚ ਬੁਲਾ ਕੇ ਚੋਰ ਦੇ ਬਿਆਨ ਲੈ ਲਓ, ਚੋਰ ਵੀ ਆਪਣੇ ਆਪ ਨੂੰ ਡਿਫੈਂਡ ਕਰ ਲੇਗਾ ਕਿ ਮੈਂ ਤਾਂ ਚੋਰੀ ਐ ਨਹੀਂ ਜੀ, ਐ ਸੀ, ਉਹ ਤਾਂ ਆਹ ਸੀ ਜੀ, ਆਹ ਸੀ। ਇਹ ਕੋਈ ਬੇਸ ਨਹੀਂ ਹੁੰਦਾ। ਜਿਹੜਾ ਅੱਜ ਬੀਬੀ ਜਗੀਰ ਕੌਰ ਸਿਰਫ ਤੇ ਸਿਰਫ ਇੱਕ ਇਹਨਾਂ ਦੀ ਪੋਲੀਟੀਕਲ ਸ਼ਹਿ ਦੇ ਨਾਲ, ਰਾਜਨੀਤਿਕ ਸ਼ਹਿ ਦੇ ਨਾਲ, ਉਹਨੂੰ ਐ ਲੱਗਿਆ ਕਿ ਇਹ ਮੇਰੀ ਬਹੁਤ ਵੱਡੀ ਸਪੋਰਟ ਹੋ ਜਾਏਗੀ, ਕਿਉਂਕਿ ਸਰਕਾਰੀ ਪਾਵਰ ਦਾ ਬਹੁਤ ਵੱਡਾ ਅਸਰ ਹੁੰਦਾ ਹੈ। ਬੀਬੀ ਜੀ ਨੇ ਵੇਖਿਆ ਹੋਇਆ 2002 ਦੇ ਵਿੱਚ ਇਹਨਾਂ ਸਾਰਿਆਂ ਮੈਂਬਰ ਸਾਹਿਬਾਨਾਂ ਨੇ ਵੇਖਿਆ ਕਿ ਕਿਵੇਂ ਸਰਕਾਰਾਂ ਦੇ ਪ੍ਰੈਸ਼ਰ ਬਣਦੇ ਆ ਤੇ ਕਿਸ ਹੱਦ ਤੱਕ ਸਰਕਾਰਾਂ ਜਾ ਸਕਦੀਆਂ, ਤੇ ਅੱਜ ਵੀ ਉਹ ਪ੍ਰੈਸ਼ਰ ਬਣਿਆ ਹੋਇਆ। ਸੋ ਇਸ ਵਾਸਤੇ ਸਾਨੂੰ ਤਾਂ ਕਲੀਅਰ ਹੈ ਕਿ ਅਸੀਂ ਜਿੱਤ ਰਹੇ ਹਾਂ, ਸਾਡੀ ਕੋਈ ਨੀਂਦ ਆਈ ਤਾਂ ਬੜੀ ਸੁੱਖ ਦੀ ਨੀਂਦ ਦੇਖੋ, ਨੀਂਦ ਵਾਲੀ ਗੱਲ ਹੋ ਗਈ, ਇਲਜ਼ਾਮ ਤਰਾਸ਼ੀਆਂ ਕਟਾਕਸ਼ਤਾ ਚੱਲ ਰਹੇ ਨੇ, ਪਰ ਸਵਾਲ ਇਹ ਵੀ ਹੈ ਜੋ ਸਿੱਖ ਸੰਗਤ ਸਮਝਣਾ ਉਹ ਜਾਣਨਾ ਚਾਹੁੰਦੀ ਹੈ ਕਿ ਬੀਬੀ ਜਗੀਰ ਕੌਰ ਬਹੁਤ ਵੱਡੀ ਚੁਣੌਤੀ ਲੱਗ ਰਹੇ ਨੇ ਔਰ ਇਸ ਕਰਕੇ ਉਮੀਦਵਾਰ ਇਸ ਵਾਰ ਪਹਿਲਾਂ ਐਲਾਨਣਾ ਪੈ ਗਿਆ। ਆਮ ਤੌਰ ਤੇ ਨਹੀਂ ਹੁੰਦਾ ਨਾ ਇਸ ਤਰ੍ਹਾਂ। ਤੁਸੀਂ ਤਾਂ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਕਿ ਜਿਸ ਦਿਨ ਇਜਲਾਸ ਸੱਦਿਆ ਜਾਂਦਾ 1 ਵਜੇ ਦੇ ਆਸ-ਪਾਸ, ਉਸ ਸਮੇਂ ਹੀ ਪਤਾ ਲੱਗਦਾ ਹੈ ਕਿ ਕਿਸ ਨੂੰ ਉਮੀਦਵਾਰ ਬਣਾਇਆ ਗਿਆ। ਮੈਂ ਤੁਹਾਨੂੰ ਇੱਥੇ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਜੀ ਕਿ ਬੀਬੀ ਜਗੀਰ ਕੌਰ ਜੀ ਦੇ ਇਸ ਵਾਰ ਜਦੋਂ ਇਹ ਗੱਲ ਆਈ ਹੈ ਆਪਣੀ ਉਮੀਦਵਾਰ ਐਲਾਨਣ ਦੀ, ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਕਦਮ ਹੋਰ ਅੱਗੇ ਚਲੇ ਗਿਆ ਕਿ ਜੋ ਤੁਹਾਨੂੰ ਇਹ ਇਤਰਾਜ਼ ਆ, ਲੋ ਅਸੀਂ ਉਮੀਦਵਾਰੀ ਪਹਿਲਾਂ ਅਨਾਉਂਸ ਕਰ ਦਿੰਦੇ ਆ। ਜਦੋਂ ਕਿ ਪਿਛਲੀ 1 ਸਾਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਬੀਬੀ ਜਗੀਰ ਕੌਰ ਸੀ ਤੇ ਉਸੇ ਹੀ ਪ੍ਰੋਸੀਜਰ ਦੇ ਰਾਹੀਂ ਉਹ ਪ੍ਰਧਾਨ ਬਣੀ ਸੀ, ਜਿਸ ਪ੍ਰੋਸੀਜਰ ਦੇ ਰਾਹੀਂ ਸਰਦਾਰ ਹਰਜਿੰਦਰ ਸਿੰਘ ਧਾਬੀ ਬਣੇ, ਕਿਰਪਾਲ ਸਿੰਘ ਬਡੂੰਗਰ ਬਣੇ, ਗੋਬਿੰਦ ਸਿੰਘ ਲੌਂਗੋਵਾਲ ਬਣੇ, ਅਵਤਾਰ ਸਿੰਘ ਮੱਕੜ ਬਣੇ। ਉਹ ਕਹਿੰਦੇ ਲਿਫਾਫਾ ਕਲਚਰ ਸੀ ਪਹਿਲਾਂ, ਉਹ ਲਿਫਾਫਾ ਕਲਚਰ ਬਿਲਕੁਲ ਨਹੀਂ ਸੀ। ਪਾਰਟੀ ਦੇ ਪ੍ਰਧਾਨ ਨੂੰ ਅੱਜ ਵੀ ਮੈਂ ਸੋਹਲੀ ਸਾਹਿਬ ਆ ਰਿਹਾ ਤੁਹਾਡੇ ਅੱਜ ਵੀ ਪਾਵਰਾਂ ਦੇ ਕੇ ਹਟੇ ਆ। ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ਦੇ ਨਾਲ ਰਹੇ, ਸਰਦਾਰ ਇਹ ਸੋਹਲੀ ਸਾਹਿਬ ਵੀ ਪਾਰਟੀ ਦੇ ਨਾਲ ਰਹੇ। ਇਸ ਤੋਂ ਪਹਿਲਾਂ ਕਿੰਨੇ ਪ੍ਰਧਾਨ ਹੈ ਜਿਹੜੇ ਢੀਂਡਸਾ ਸਾਹਿਬ, ਬਾਦਲ ਸਾਹਿਬ ਬਹਿ ਕੇ ਫੈਸਲਾ ਕਰਦੇ ਹੁੰਦੇ ਸੀ, ਉਦੋਂ ਵੀ ਇਸੇ ਤਰ੍ਹਾਂ ਪਾਰਟੀ ਦਾ ਫੈਸਲਾ। ਜੀ ਹਾਂ, ਆਪਾਂ ਰਿਐਕਸ਼ਨ ਲੈ ਲਈਏ ਸੋਹਲੀ ਸਾਹਿਬ ਤੋਂ। ਸੋਹਲੀ ਸਾਹਿਬ ਜੀ, ਸੋਹਲੀ ਸਾਹਿਬ ਤੁਸੀਂ ਸੁਣ ਰਹੇ ਹੋਵੋਗੇ, ਦਰਅਸਲ ਉਹਨਾਂ ਦਾ ਤਰਕ ਇਹ ਹੈ ਕਿ ਜੋ ਸਭ ਕੁਝ ਪਹਿਲਾਂ ਹੁੰਦਾ ਆਇਆ, ਜਦੋਂ ਤੱਕ
ਤੁਹਾਡੇ ਖਾਤੇ ਦੇ ਵਿੱਚ ਕੋਈ ਨਾ ਕੋਈ ਅਹੁਦਾ ਸੀ, ਉਸ ਸਮੇਂ ਤੱਕ ਚੁੱਪ ਸੀ, ਜੋ ਹੁਣ ਦਿਨ ਬਦਲੇ ਨੇ ਤਾਂ ਹੁਣ ਤੁਹਾਨੂੰ ਸਭ ਕੁਝ ਬੁਰਾ ਲੱਗਣ ਲੱਗ ਗਿਆ। ਪਹਿਲਾਂ ਲਿਫਾਫਾ ਕਲਚਰ ਕਹਿ ਲਓ ਜਾਂ ਫਿਰ 1 ਵਜੇ ਤੱਕ ਜਿਹੜਾ ਪ੍ਰਧਾਨ ਕੌਣ ਹੋਏਗਾ ਉਸ ਦਾ ਨਾਮ ਨਾ ਪਤਾ ਲੱਗਣਾ, ਸਭ ਕੁਝ ਵਧੀਆ ਲੱਗਦਾ ਸੀ, ਸਭ ਕੁਝ ਠੀਕ ਸੀ, ਪਰ ਇਸ ਵਾਰ ਸਭ ਕੁਝ ਵੱਖਰਾ ਲੱਗ ਰਿਹਾ। ਕਾਰਨ ਇਹ ਹੈ ਕਿ ਚਾਵਲਾ ਸਾਹਿਬ ਇਹ ਦੱਸਣਾ ਕਿ ਜੋ ਤੁਸੀਂ ਕਰਦੇ ਰਹੇ ਕੌਮ ਦੇ ਲਈ, ਤੁਸੀਂ ਕਦੇ ਕਾਂਗਰਸੀ ਰਲਾ ਨੇ ਧੱਕੇ ਨਾਲ, ਸੁਖਵੀਰ ਨੇ ਕਦੇ ਦੂਜੀਆਂ ਪਾਰਟੀਆਂ ਦੇ ਬੰਦੇ ਧੱਕੇ ਨਾਲ ਰਲਾ ਨੇ, ਜੇ ਤੁਸੀਂ ਧੱਕਾ ਕਰਿਆ ਹੁਣ ਤੁਹਾਨੂੰ ਲੱਗੀ ਜਾ ਰਿਹਾ ਭਾਜਪਾ ਧੱਕਾ ਕਰਕੇ ਵੀ ਸ਼੍ਰੋਮਣੀ ਕਮੇਟੀ ਤੇ ਕਾਬਜ ਹੋਊਗੀ। ਇਹ ਕਿਉਂ ਇਹਨਾਂ ਨੂੰ ਭਰਮ ਖਾ ਰਿਹਾ ਹੈ? ਜਦੋਂ ਤੁਸੀਂ ਕਹਿ ਰਹੇ ਹੋ 100 ਬੰਦਾ ਤੁਹਾਡੇ ਕੋਲ ਅੰਦਰ ਕਾਬਜ ਹੋ ਗਿਆ, ਜਦੋਂ ਵੀ ਸਾਲ ਬਾਅਦ ਚੋਣ ਆਉਂਦੀ ਹੈ ਤੁਸੀਂ ਐਵੇਂ ਜਿਵੇਂ ਸੋਲੀ ਸਾਹਿਬ ਕਿਡਨੈਪ ਕਰਦੇ ਹੁੰਦੇ ਨੇ, ਤੁਸੀਂ ਇਹ ਮੇਰੀ ਸੁਣੋ ਢੰਗ ਨਾਲ ਗੱਲ, ਕਿਉਂ ਕਰਦੇ ਹੋ? ਪੋਲੀਟੀਕਲ ਪਾਰਟੀਆਂ ਦੇ ਵਿੱਚ ਸੁਖਬੀਰ ਨੇ ਕਿਹਨੂੰ ਰਲਾ ਲਿਆ ਕਿਹਨੂੰ ਨਹੀਂ ਰਲਾ ਲਿਆ, ਉਹ ਪੋਲੀਟੀਕਲ ਪਾਰਟੀਆਂ 'ਚ ਕਰੋ, ਤੁਸੀਂ ਵੀ ਕਰੋ, ਸੁਖਬੀਰ ਵੀ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਅਗਵਾਈ ਕਰਦੀ ਆ ਤੇ ਸਿੱਖਾਂ ਦੇ ਧਰਮ ਦੇ ਮਸਲੇ ਤੇ ਕਾਂਗਰਸ ਕਰਦੀ ਸੀ ਤੇ ਕਾਂਗਰਸ ਦੇ ਨਾਲ ਬਹੁਤ ਵੱਡੀ ਲੜਾਈ ਅਕਾਲੀ ਦਲ ਨੇ ਲੜੀ, ਅਸੀਂ ਸਾਰਿਆਂ ਨੇ ਲੜੀ, ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾ ਠੀਕ ਹੈ, ਇੱਕ ਕਰਕੇ ਚਾਵਲਾ ਜੀ ਸਮਝ ਆਵੇ। ਸੋਲੀ ਸਾਹਿਬ ਨੂੰ ਇੱਕ ਵਾਰ ਕੰਪਲੀਟ ਕਰ ਲੈਣ ਤੋਂ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ, ਆਪਣੇ ਕੋਲ ਥੋੜਾ ਜਿਹਾ ਟਾਈਮ ਅਜੇ ਹੋਰ ਵੀ ਬਚਿਆ ਹੋਇਆ। ਸੋਲੀ ਸਾਹਿਬ ਕੰਪਲੀਟ ਕਰ ਲਓ ਜੀ, ਮੈਨੂੰ ਗੱਲ ਕਹਿਣ ਦਿਓ ਜੀ ਜੀ। ਚਾਵਲਾ ਜੀ ਗੱਲ ਇਹ ਹੈ, ਬਾਦਲ ਦਲ ਨੇ ਨਹੀਂ ਲੜਾਈ ਲੜੀ ਕਾਂਗਰਸ ਦੇ ਖਿਲਾਫ, ਕੌਮ ਨੇ ਲੜੀ ਹੈ, ਪੰਥ ਨੇ ਲੜੀ ਹੈ, ਪੰਜਾਬੀਆਂ ਨੇ ਲੜੀ ਹੈ। ਇਹਨਾਂ ਗੱਲਾਂ ਕੀ ਕਰਾ ਤੁਸੀਂ ਲੜੀ ਹੈ ਕੱਲੀ ਗਲ ਚ ਕਾਂਠਾ ਪਾ ਕੇ ਆਪਾਂ ਲੜੀ ਆ, ਬਾਦਲ ਦਲ ਨੇ ਕਿਉਂ ਨਹੀਂ ਲੜੀ? ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ, ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਿਹਾ ਤਾਂ ਵੀ ਲੜੀ ਆ। ਪਹਿਲਾਂ ਸਭ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਲੱਗਾ ਜਿਹੜਾ 1982 ਵਿੱਚ, ਤੇ ਸਭ ਤੋਂ ਪਹਿਲਾਂ ਲੱਗਾ ਪ੍ਰਕਾਸ਼ ਸਿੰਘ ਬਾਦਲ ਗਿਆ ਤਾਂ ਵੀ ਲੋਕਾਂ ਨੂੰ ਸਮਝ ਆਵੇ। ਜੀ ਜੀ ਸੋਲੀ ਸਾਹਿਬ ਕੰਪਲੀਟ ਕਰ ਲਓ ਇੱਕ ਵਾਰ ਤੁਸੀਂ ਆਪਣੀ ਗੱਲ। ਬਾਦਲ ਸਿਰ ਨੂੰ ਚੜ ਕੇ ਫੋਬੀਆ ਨੂੰ ਤੁਸੀਂ ਆਪਣੀ ਗੱਲ ਰੱਖ ਲਿਓ, ਚਾਵਲਾ ਜੀ ਤੁਸੀਂ ਜਵਾਬ ਦੇ ਦਿਓ, ਕੋਈ ਗੱਲ ਨਹੀਂ, ਪੁਆਇੰਟ ਤੁਸੀਂ ਨੋਟ ਕਰ ਲਓ, ਇੱਕ ਪੁਆਇੰਟ ਦਾ ਜਵਾਬ ਦੇ ਦਿਓ, ਇੱਕ ਵਾਰ ਉਹਨਾਂ ਨੂੰ ਗੱਲ ਕੰਪਲੀਟ ਕਰ ਲੈਣ ਉਹਨਾਂ ਨੇ ਕਿਹੜੀਆਂ ਤੁਸੀਂ ਤਾਕਤਾਂ ਠੀਕ ਹੈ, ਚਲੋ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਸੋਨੀ ਸਾਹਿਬ ਕੰਪਲੀਟ ਕਰ ਲਓ ਗੱਲ, ਲੋਕਾਂ ਤੱਕ ਗੱਲ ਜਾਣ ਦਿਓ। ਮੈਂ ਕਿਹਾ ਵੀਰ ਚਾਵਲਾ ਸਿਆਣੇ ਬਿਆਨੇ ਲੋਕਾਂ ਦਾ ਗੱਲ ਹੋ ਜਾਂਦੀ ਹੈ, ਅੱਜ ਨਵੀਂ ਗੱਲ ਜਾਣੀ ਹੈ, ਲੋਕਾਂ ਦੀ ਗੱਲ ਜਾਂਦੀ ਆ, ਗੱਲ ਗਈ ਆ ਤੇ ਅੱਜ 120 ਮੈਂਬਰ ਇੱਥੇ ਆਏ ਬੈਠੇ ਆ, ਇਹ ਕੋਈ ਮਸਲਾ ਨਹੀਂ ਆ। ਲੋਕਾਂ ਦਾ ਗੱਲ ਜਾਂਦੀ ਆ, ਲੋਕਾਂ ਨੂੰ ਪਤਾ, ਲੋਕਾਂ ਨੂੰ ਵੀ ਪਤਾ ਕਿ ਜਿਹੜੇ ਕੱਲ ਤੱਕ ਬੀਬੀ ਦਾ ਇਲਜ਼ਾਮ ਲਾਉਂਦੇ ਸੀ, ਬੀਬੀ ਦੇ ਬੰਦੇ ਚਾਵਲਾ ਜੀ ਸੋਲੀ ਜੀ ਨਹੀਂ ਦੇਖੋ ਪਲੀਜ਼, ਬਹੁਤ ਸਾਰੇ ਲੋਕ ਸੁਣ ਰਹੇ ਆ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਪੰਜਾਬ 'ਚ ਲੱਖਾਂ ਕਰੋੜਾਂ ਲੋਕ ਸੁਣ ਰਹੇ ਹੋਣਗੇ, ਇਨਫੈਕਟ ਪੂਰੀ ਦੁਨੀਆ 'ਚ, ਤਾਂ ਮੇਰੀ ਰਿਕੁਐਸਟ ਹੈ ਇੱਕ ਕਰਕੇ ਗੱਲ ਰੱਖ ਲਓ, ਬਹੁਤ ਟਾਈਮ ਹੈ। ਮੈਂ ਰੱਖ ਰਿਹਾ ਜੀ, ਠੀਕ ਹੈ ਤੁਸੀਂ ਕੰਪਲੀਟ ਕਰੋ ਪੁਆਇੰਟ ਦੇ ਉੱਤੇ ਆਪਾਂ ਰਹੀਏ, ਆਪਾਂ ਪੁਆਇੰਟ ਤੇ ਰਹੀਏ ਜਿਸ ਟੌਪਿਕ ਦੇ ਉੱਤੇ ਅੱਜ ਡਿਬੇਟ ਰੱਖੀ ਹੋਈ ਹੈ। ਨਹੀਂ ਠੀਕ ਹੈ ਚਾਵਲਾ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਦੇਖੋ ਤੁਹਾਡਾ ਸਮਾਂ ਤੁਸੀਂ ਨਹੀਂ ਤੁਸੀਂ ਬੀਜੇਪੀ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਜਾਂ ਫਿਰ ਉਹਨਾਂ ਤੇ ਇਲਜ਼ਾਮ ਲਗਾ ਰਹੇ ਹੋ, ਤੁਸੀਂ ਆਪਣੀ ਗੱਲ ਰੱਖ ਲਈ ਨਾ, ਥੋੜਾ ਜਿਹਾ ਪਲੀਜ਼ ਥੋੜਾ ਜਿਹਾ ਸਮਾਂ ਦਿਓ, ਉਹਨਾਂ ਨੂੰ ਗੱਲ ਕਰ ਲੈਣ ਦਿਓ ਇੱਕ ਵਾਰੀ। ਚਾਵਲਾ ਜੀ ਪਲੀਜ਼ ਥੋੜਾ ਜਿਹਾ ਸਮਾਂ ਦਿਓ। ਠੀਕ ਹੈ ਸੋਲੀ ਕੰਪਲੀਟ ਕਰ ਲਓ, ਪੁਆਇੰਟ ਤੇ ਹੀ ਰਹੀਏ ਆਪਾਂ। ਮੈਂ ਪੁਆਇੰਟ ਤੇ ਹੀ ਰਹਿ ਰਿਹਾ ਜੀ, ਮੈਨੂੰ ਗੱਲ ਕਰਨ ਦਿਓ। ਜੀ ਜੀ ਮੈਂ ਪਲੀਜ਼। ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਜਥੇਦਾਰ ਜਿਹੜੇ ਬੀਬੀ ਖੁਦ ਮੰਨੀ ਆ ਵੀ ਉਸੇ ਲਿਫਾਫੇ ਚੋਂ ਮੈਂ ਖੁਦ ਨਿਕਲਦੀ ਰਹੀ ਆ, ਉਹ ਲਿਫਾਫਾ ਬਾਦਲਾਂ ਦੇ ਘਰੇ ਬਣਦਾ ਰਿਹਾ ਜੀ। ਇਹ ਬਲੇਮ ਨਹੀਂ, ਇਹ ਜਨਤਕ ਬੀਬੀ ਨੇ ਖੁਦ ਕਿਹਾ ਜਿਹੜੀ ਇਹਨਾਂ ਚੋਂ ਆਈ ਹੈ। ਯਾਰ ਸੋਲੀ ਸਾਹਿਬ ਜੇ ਸ਼੍ਰੋਮਣੀ ਗੁਰਦੁਆਰਾ ਸੋਲੀ ਸਾਹਿਬ ਜਾ ਕੇ ਫੈਸਲਾ ਕਿੱਥੇ ਹੁੰਦਾ ਸੀ? ਬਾਦਲਾਂ ਦੇ ਘਰ ਚੋਂ ਲਿਫਾਫਾ ਹੁੰਦਾ ਸੀ। ਇੱਕ ਮਿੰਟ ਗੱਲ ਸੁਣੋ, ਮੇਰੀ ਗੱਲ ਤੇ ਸੁਣੋ। ਚਲੋ ਸੋਲੀ ਜੀ का जवाब ले लिए, इसी पॉइंट ਤੇ ਮੈਂ ਜਵਾਬ ਲੈ ਲਵਾਂ ਲਿਫਾਫਾ ਕਲਚਰ ਵਾਲਾ। ਸੋਲੀ ਥੋੜੇ ਟਾਈਮ ਦਿਓ ਇੱਕ ਵਾਰੀ। ਚਾਵਲਾ ਜੀ ਸੋਲੀ ਜੀ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ। ਚਾਵਲਾ ਜੀ ਥੋੜਾ ਜਿਹਾ ਰਿਐਕਸ਼ਨ ਦਿਓ ਤਾਂ ਕਿ ਅਗਲੇ ਪੁਆਇੰਟ ਤੇ ਮੈਂ ਤੁਹਾਡੇ ਤੋਂ ਜ਼ਰੂਰ ਜਵਾਬ ਲੈ ਸਕਾਂ। ਮੈਂ ਕਹਿੰਦਾ ਵੀ ਇੱਥੇ ਮੈਂ ਦੋ ਗੱਲਾਂ ਕਹਿਣੀਆਂ ਜੀ, ਦੋ ਪੱਖ ਆ ਜੀ। ਪਹਿਲਾ ਪੱਖ ਬਾਦਲਾਂ ਦੇ ਘਰ ਚੋਂ ਲਿਫਾਫਾ ਬਣਦਾ ਸੀ, ਬਣ ਗਿਆ, ਆ ਕੇ ਉੱਥੇ ਖੁੱਲਦਾ ਸੀ, ਖੁੱਲ ਕੇ ਨਾਂ ਪੇਸ਼ ਕੀਤਾ ਜਾਂਦਾ ਸੀ, ਉਹ ਮੈਂਬਰ ਕਿਉਂ ਉਹਨੂੰ ਜੈਸ ਕਰ ਦਿੰਦੇ ਸੀ? ਦੱਸੋ। ਮੈਂਬਰ ਇੱਕ ਹਾਊਸ ਬੈਠਾ, ਜਨਰਲ ਹਾਊਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੈਠਾ। ਮੇਰਾ ਸਵਾਲ ਹੈ, ਠੀਕ ਹੈ ਤੁਹਾਡਾ ਪੁਆਇੰਟ ਇਹ ਹੈ, ਇੱਕ ਸੈਕਿੰਡ ਚਾਵਲਾ ਜੀ ਤੁਹਾਡਾ ਪੁਆਇੰਟ ਇਹ ਹੈ ਕਿ ਜੇ ਲਿਫਾਫਾ ਆ ਵੀ ਗਿਆ ਤਾਂ ਜਿਹੜੇ ਉੱਥੇ ਮੈਂਬਰ ਸੀ ਉਹ ਉਸ ਦੇ ਖਿਲਾਫ ਆਪਣੀ ਵੋਟ ਕਰ ਸਕਦੇ ਸੀ। ਮੈਂਬਰ ਵਿਰੋਧ ਕਰ ਦਿੰਦੇ ਜੇ ਲਿਫਾਫਾ ਗਲਤ। ਠੀਕ ਹੈ ਚਲੋ ਮੈਂ ਇਸ ਦਾ ਜਵਾਬ ਲੈ ਲਵਾਂ ਪਲੀਜ਼। ਮੈਂ ਰਿਕੁਐਸਟ ਕਰ ਰਿਹਾ ਕਿ ਵਿਚਾਲੇ ਇੱਕ ਦੂਜੇ ਦੇ ਟਾਈਮ ਦੇ ਆਪਾਂ ਨਾ ਬੋਲੀਏ ਤਾਂ ਕਿ ਲੋਕਾਂ ਨੂੰ ਸਮਝ ਆਵੇ। ਸੋਹਲੀ ਸਾਹਿਬ ਦੇਖੋ ਜੇ ਇਹੀ ਗੱਲ ਹੈ
ਤਾਂ ਫਿਰ ਤਾਂ ਉਹ ਕਹਿ ਰਹੇ ਨੇ ਕਿ ਜੇ ਲਿਫਾਫੇ 'ਚ ਖੁੱਲ ਰਿਹਾ ਸੀ, ਇਤਰਾਜ਼ ਸੀ, ਤਾਂ ਵੋਟਰ ਜਿਹੜੇ ਮੈਂਬਰ ਨੇ ਉਹ ਵਿਰੋਧ ਕਰ ਦਿੰਦੇ। ਨਹੀਂ ਕੀਤਾ ਨਾ ਉਹਨਾਂ ਨੇ। ਇਸ ਦਾ ਮਤਲਬ ਪਾਰਟੀ ਪ੍ਰਧਾਨ ਦੇ ਨਾਲ ਸਹਿਮਤੀ ਸੀ। ਜਿਹੜੇ ਮੈਂਬਰਾਂ ਨੂੰ ਤੁਸੀਂ ਖਰੀਦਦੇ ਫਿਰਦੇ ਆ ਉਹੀ ਮੈਂਬਰ ਨੇ। ਠੀਕ ਹੈ, ਚਲੋ ਜਵਾਬ ਲੈ ਲਈਏ। ਚਾਵਲਾ ਜੀ ਥੋੜਾ ਜਿਹਾ ਟਾਈਮ ਦਿਓ। ਸੋਹਲੀ ਜੀ, ਜੇ ਤਾਂ ਚਾਵਲਾ ਜੀ ਆਪਾਂ ਪੀਟੀਸੀ ਤੇ ਨਹੀਂ ਬੈਠੇ, ਇੱਥੇ ਸਾਰਿਆਂ ਨੂੰ ਹੱਕ ਹੈ ਬੋਲਣ ਦਾ ਭਰਾ। ਯਾਰ ਪੀਟੀਸੀ ਬੈਠੇ, ਮੈਂ ਕਿ ਚੰਦਰਮਾ ਤੇ ਬੈਠਾ। ਸਾਰੇ ਬੋਲ ਸਕਦੇ। ਚਲੋ ਮੈਂ ਰਿਕੁਐਸਟ ਕਰ ਰਿਹਾ ਕਿ ਆਪਾਂ ਟੌਪਿਕ ਦੇ ਉੱਤੇ ਰਹੀਏ ਪਲੀਜ਼। ਚਾਵਲਾ ਜੀ ਥੋੜਾ ਰਿਕੁਐਸਟ ਹੈ ਕਿ ਇੱਕ ਇੱਕ ਕਰਕੇ ਬੋਲੀਏ ਤਾਂ ਕਿ ਲੋਕਾਂ ਨੂੰ ਸਮਝ ਆਵੇ। ਸੋਢੀ ਸਾਹਿਬ ਇਨਫੈਕਟ ਸਾਡੇ ਨਾਲ ਜੁੜੇ ਹੋਏ ਨੇ, ਇੰਤਜ਼ਾਰ ਕਰ ਰਹੇ। ਸੋਹਲੀ ਜੀ ਦੇਖੋ, ਤੁਸੀਂ ਆਪਣੀ ਗੱਲ ਰੱਖੋ ਪਲੀਜ਼। ਮੈਂ ਕਹਿ ਰਿਹਾ ਲਿਫਾਫਾ ਜਿਹੜਾ ਬਣ ਕੇ ਆਉਂਦਾ, ਲਿਫਾਫਾ ਬਣਾਉਣ ਵਾਲਾ ਬੰਦਾ ਸੀ ਤਾਕਤਵਰ, ਜਿਵੇਂ ਅੱਜੇ ਭਾਜਪਾ ਨੂੰ ਕਹਿ ਰਹੇ ਨੇ, ਉਹ ਤਾਕਤਵਰ ਬੰਦਾ ਟਾਈਟ ਇੰਨੇ ਕਰਕੇ ਬੰਦਿਆਂ ਨੂੰ ਭੇਜਦਾ ਕਿ ਜਿਹਦੇ ਕਰਕੇ ਕਹਿੰਦੇ ਨੇ ਜੀ ਅੱਜ ਹਾਊਸ 'ਚ ਵਿਰੋਧ ਹੋ ਜਾਂਦਾ। ਤੁਸੀਂ ਦੱਸੋ ਵੀ ਹਾਊਸ 'ਚ ਵਿਰੋਧ ਕਿਵੇਂ ਹੋ ਜਾਊਗਾ ਜਦੋਂ ਬੰਦੇ ਹੀ ਇਹਨਾਂ ਨੇ ਟਾਈਟ ਕਰਕੇ ਇੰਨੇ ਭੇਜਣੇ। ਦੱਸੋ ਸੋਲੀ ਸਾਹਿਬ ਕਿਹੜੀਆਂ ਗੱਲਾਂ ਕਰਦੇ ਤੁਸੀਂ? ਹੋਰ ਕਿਹੜੀਆਂ ਕਰੀਏ? ਹੋਰ ਹੁਣ ਇਹ ਕਰ ਦਿੰਦੇ ਆ ਕਿ ਸਰਦਾਰ ਬਾਦਲ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਿੱਜੀ ਸੰਬੰਧ ਕਹੇ ਜੇ ਨੇ, ਇਹ ਕਰ ਦਈਏ। ਐ ਵੀ ਦੱਸ ਦਈਏ ਵੀ ਸਰਦਾਰ ਬਾਦਲ ਨੇ ਕਿੰਨੀ ਵੇਰ ਅੰਦਰੋਂ ਦਿੱਲੀ ਤੋਂ ਸੋਹਲੀ ਸਾਹਿਬ ਕੀ ਕੁਛ ਕੀਤਾ, ਫਿਰ ਇਹ ਕਰ ਲੈਂਦੇ ਆ ਗੱਲਾਂ। ਮੈਂ ਫਿਰ ਦੁਬਾਰਾ ਪੁਆਇੰਟ ਤੇ ਆ ਰਿਹਾ ਕਿਉਂਕਿ ਵੱਖ-ਵੱਖ ਟੌਪਿਕਸ ਦੇ ਉੱਤੇ ਡਿਬੇਟ ਹੋ ਸਕਦੀ ਹੈ। ਨਹੀਂ ਸੋਹਲੀ ਸਾਹਿਬ ਇੱਕ ਸਵਾਲ ਹੈ, ਇੱਕ ਸੈਕਿੰਡ ਚਾਵਲਾ ਜੀ ਮੈਂ ਤੁਹਾਡੇ ਕੋਲ ਆ ਰਿਹਾ, ਥੋੜਾ ਜਿਹਾ ਇੰਤਜ਼ਾਰ ਕਰਿਓ ਪਲੀਜ਼, ਥੋੜਾ ਜਿਹਾ। ਨਹੀਂ ਸੋਹਲੀ ਸਾਹਿਬ ਸਵਾਲ ਇਹ ਹੈ ਕਿ ਜੇ ਉਸ ਸਮੇਂ ਨਹੀਂ ਬੋਲ ਪਾਏ, ਵਿਰੋਧ ਨਹੀਂ ਕਰ ਪਾਏ, ਤਾਂ ਕੀ ਅੱਜ ਵੀ ਤੁਹਾਨੂੰ ਲੱਗਦਾ ਹੈ ਕਿ ਵਿਰੋਧ ਨਹੀਂ ਕਰ ਪਾਣਗੇ? ਤੁਹਾਨੂੰ ਲੱਗਦਾ ਹੈ ਕਿ ਹਾਂ ਵਿਰੋਧ ਕਰ ਦੇਣਗੇ ਔਰ ਬੀਬੀ ਜਗੀਰ ਕੌਰ ਦੇ ਪੱਖ 'ਚ ਵੋਟਿੰਗ ਹੋ ਜਾਏਗੀ? ਉਹੀ ਧਾਮੀ ਬਣੂਗਾ ਪ੍ਰਧਾਨ, ਉਹੀ ਧਾਮੀ। ਮੈਂ ਕਹਿੰਦਾ ਸੋਹਲੀ ਜੀ ਪ੍ਰਧਾਨ ਬਣਿਆ ਤੁਸੀਂ, ਜਿਹੜਾ ਪਿਛਲੇ ਸੁਖਬੀਰ ਨੇ ਪਾਰਟੀ ਦੇ ਜਿਹੜੇ ਮੈਂਬਰਾਂ ਦੀ ਰਾਇ ਲੈ ਕੇ ਬਣਾਇਆ, ਉਸੇ ਧਾਮੀ ਨੇ ਬਣਨਾ। ਠੀਕ ਹੈ, ਠੀਕ ਹੈ, ਹਵਾ ਕਿੱਥੇ ਆ? ਜਵਾਬ ਦੇ ਲੈਣ ਦਿਓ, ਜਵਾਬ ਦੇ ਲੈਣ ਦਿਓ। ਸੋਹਲੀ ਜੀ ਇਸ ਵਾਰ ਕਹਿੰਦੇ ਲਿਫਾਫਾ ਕਲਚਰ ਨਹੀਂ, ਇਸ ਵਾਰ ਵੀ ਧਾਮੀ ਪ੍ਰਧਾਨ ਬਣਨਗੇ। ਮੈਂ ਕਹਿੰਦਾ ਧਾਮੀ ਪ੍ਰਧਾਨ ਸਮਾਂ ਦੱਸੂ, ਪਰ ਤਕਲੀਫ ਕਿਉਂ ਹੈ? ਮੈਂ ਕਹਿ ਰਿਹਾ ਵੀ ਜਿਹੜੀ ਅੱਜ ਕੋਈ ਤੱਕ ਤਕਲੀਫ ਨਹੀਂ, ਕੋਈ ਤਕਲੀਫ ਨਹੀਂ। ਤੁਹਾਨੂੰ ਕਿਹਨੇ ਦਾ ਤਕਲੀਫ ਹੈ? ਇਹ ਤਕਲੀਫ ਤਾਂ ਤੁਹਾਨੂੰ ਹੋਈ ਪਈ ਆ। ਤਾਂ ਬੋਲਣ ਨਹੀਂ ਦਿੰਦੇ। ਇਹ ਤਕਲੀਫ ਤੁਹਾਨੂੰ ਹੋਈ ਪਈ ਆ। ਬਹੁਤ ਪਾਪੜ ਵੇਲੇ, ਬੜੇ ਸਰਕਾਰਾਂ ਨੇ ਪਾਪੜ ਵੇਲੇ, ਬੜੇ ਇਲਜ਼ਾਮ ਲਾਏ ਅਕਾਲੀ ਦਲ ਤੇ, ਬਹੁਤ ਮੁਸ਼ਕਲ ਆ ਤਰੀਕਾ ਕੋਈ ਵੀ ਬੋਲਣ ਨਹੀਂ ਦੇਣਾ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਿਆ, ਤੁਸੀਂ ਨਿੱਘ ਮਾਣਦੇ ਰਹੇ। ਕਿਹੜਾ ਆ ਤੁਹਾਡੇ ਜੋ ਕਿਹਨੇ ਕਰਾਈਆਂ? ਕਿਹਨੇ ਕਰਾਈਆਂ? ਇਹ ਤੁਸੀਂ ਕਰਾਈਆਂ ਸਾਰੀਆਂ ਰੌਲਾ ਪਾਉਣ ਵਾਲਿਆਂ ਨੇ। ਬੰਤਾਰ ਬਰਾੜ ਦਾ ਕੋਈ ਚਲਾ ਨਹੀਂ ਆਉਂਦਾ, ਉਹਨੇ ਜਵਾਨਤ ਨਹੀਂ ਕਰਾਈ। ਬੰਤਾਰ ਬਰਾੜ ਕਰਾਈਆਂ ਅਗਲੇ ਨੂੰ ਸ਼ਹਿਰ ਬੜੀ ਦੁਸ਼ਮਣਾਂ ਨੂੰ ਇਹ ਪਾਤੇ ਆ। ਇਹ ਸਰਕਾਰ ਦੀ ਆਪਣੀ ਕਾਲੀ ਸਰਕਾਰ ਦੇ ਖਿਲਾਫ ਸਿੱਖੀ ਬੋਲੀ ਜਾਂਦੇ ਆ। ਫਾਇਦਾ ਲਿਆ ਉਸ ਚੀਜ਼ ਦਾ। ਕਿਹਨੇ ਕਰਾਈਆਂ ਬੇਦਬੀਆਂ? ਅਸੀਂ ਗੁਰੂ ਦਾ ਸਰਕਾਰ ਕੋਈ ਸਰਕਾਰ ਕਰਦੀ ਆ। ਬੰਦਾ ਏਡਾ ਵੱਡਾ ਜ਼ਿੰਮੇਵਾਰ ਵਿਅਕਤੀ ਰਿਹਾ ਆਪਣੇ ਪਿੰਡ ਦਾ। ਚਲੋ ਇੱਕ ਇੱਕ ਬਾਰ-ਬਾਰ ਉਹੀ ਗੱਲ ਕਹਿ ਰਹੇ ਆ ਸੋਹਲੀ ਸਾਹਿਬ ਔਰ ਚਾਵਲਾ ਜੀ। ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਜੀ ਇੱਕ ਇੱਕ ਕਰਕੇ ਸਰ ਪਲੀਜ਼ ਲੋਕਾਂ ਤੱਕ ਗੱਲ ਪਹੁੰਚ ਸਕੇ, ਮੈਂ ਤਾਂ ਰਿਕੁਐਸਟ ਕਰ ਰਿਹਾ ਤੁਹਾਨੂੰ। ਠੀਕ ਹੈ ਚਾਵਲਾ ਜੀ ਗੱਲ ਕੰਪਲੀਟ ਹੋ ਲੈਣ ਤੋਂ ਤੁਸੀਂ ਆਪਣੀ ਗੱਲ ਰੱਖ ਲਿਓ, ਤੁਸੀਂ ਉਸ ਦੇ ਉੱਪਰ ਰਿਐਕਟ ਕਰ ਦਿਓ। ਸੋਹਲੀ ਸਾਹਿਬ ਕੰਪਲੀਟ ਕਰ ਦਿਓ ਨਾ ਤੁਸੀਂ ਗੱਲ। ਤੁਸੀਂ ਕਹਿ ਰਹੇ ਹੋ ਕਿ ਉਸ ਸਮੇਂ ਤਕੜਾ ਸੀ ਕੋਈ, ਉਹਨਾਂ ਨੇ ਪੂਰਾ ਇਸ ਤਰੀਕੇ ਨਾਲ ਪ੍ਰਧਾਨ ਲਗਾ ਦਿੱਤਾ, ਪਰ ਹੁਣ ਲੋਕ ਜਾਣਨਾ ਚਾਹੁੰਦੇ ਨੇ ਕਿ ਕੱਲ ਵਾਲੇ ਇਲੈਕਸ਼ਨ ਦੇ ਵਿੱਚ ਤੁਸੀਂ ਦਮ ਭਰ ਰਹੇ ਹੋ ਕਿ ਕੁਝ ਉਲਟਫੇਰ ਹੋ ਜਾਏਗਾ, ਕੋਈ ਨਵਾਂ ਕਲਚਰ ਆ ਜਾਏਗਾ? ਇਸ ਵਾਰ ਤਾਂ ਲਿਫਾਫਾ ਕਲਚਰ ਨਹੀਂ ਹੈ। ਮੈਂ ਕਹਿ ਰਿਹਾ ਵੀ ਬੈਗ ਕਲਚਰ ਬੈਗ ਜਿਹੜਾ ਹਵਾਈ ਜਹਾਜ਼ ਕਲਚਰ ਆਏਗਾ। ਆ ਦੇਖ ਬੋਲ, ਇਹਨੂੰ ਡਰ ਲੱਗੀ ਜਾਂਦਾ। ਉਹ ਭਰਾ ਕੁਛ ਨਹੀਂ ਹੋਣ ਲੱਗਿਆ, ਟਿਕ ਜਾ। ਕਿੱਥੇ ਜਾਣਾ ਬੀਬੀ ਨੇ ਰਾਮ ਨਾਲ ਜਿੱਤ ਜਾਣਾ। ਕਿਉਂ ਚਿੰਤਾ ਹੈ? ਮੈਂ ਤੇ ਤੇਰੇ ਮਿੱਤਰਾਂ ਦੀਆਂ ਬੜੀਆਂ ਮਾਰਾਂ ਖਾਧੀਆਂ ਰਾਤ ਨੂੰ। ਉਹ ਸੌ ਜਿਆ ਕਰੋ, ਉਹੀ ਬੀਜੇਪੀ ਆ ਜਿਹਦੇ ਕੋਲ ਜਦੋਂ ਕਦੇ ਬੀਬਾ ਹਾਰ ਕੇ ਮੈਂ ਤਾਂ ਬੀਜੇਪੀ ਨੂੰ ਕੁਝ ਨਹੀਂ ਕਹਿੰਦਾ। ਹੁਣ ਬੀਜੇਪੀ ਕਹਿੰਦੀ ਆ ਅਸੀਂ ਬੀਜੇਪੀ ਬੰਦਾ ਖਰੀਦਦੀ ਫਿਰਦੀ ਆ, ਅਸੀਂ ਤਾਂ ਕੁਝ ਨਹੀਂ ਕਿਹਾ। ਜਦੋਂ ਅਸੀਂ ਕਹੇ ਸੀ ਬੀਜੇਪੀ ਮਾਰੀ ਆ ਉਹ ਰਿਸ਼ਤਾ, ਅਸੀਂ ਤਾਂ ਬੀਜੇਪੀ ਨੂੰ ਕੁਝ ਨਹੀਂ ਕਿਹਾ। ਠੀਕ ਹੈ ਚਲੋ ਬੀਜੇਪੀ ਦੇ ਬੀਬੀ ਜਗੀਰ ਕੌਰ ਨੂੰ ਕਿੰਨੇ ਦਿਨ ਹੋਏ ਨੇ ਐਲਾਨ ਕਰੇ ਨੂੰ, ਹੁਣ ਬੀਬੀ ਨੂੰ ਕੀ ਹੋ ਗਿਆ? ਕਿਉਂ ਨਹੀਂ ਮੰਨਦੇ? ਧਾਮੀ ਪਿਛਲੀ ਵਾਰ ਸਾਲ ਲਾ ਲਿਆ ਉਹਨੇ, ਹੁਣ ਬੀਬੀ ਨੂੰ ਦੇਣ ਦੇ ਟਾਈਮ ਬੀਬੀ ਜ਼ਰੂਰੀ ਹੈ ਕਿ ਬੀਬੀ ਵੀ ਪਿਛਲੇ ਸਾਲ ਲਾ ਗਈ। ਧਾਮੀ ਜ਼ਰੂਰੀ ਹੈ। ਬੀਬੀ ਤੀਜੀ ਵਾਰ 3 ਵਾਰ ਪ੍ਰਧਾਨ ਬਣ ਗਈ। ਬੀਬੀ ਪੀਐਸਸੀ ਦੀ ਮੈਂਬਰ ਆ ਰਹੀ, ਬੀਬੀ ਕੋਰ ਕਮੇਟੀ ਦੀ ਮੈਂਬਰ ਆ ਰਹੀ, ਬੀਬੀ ਮੈਂ ਕੈਬਨਿਟ ਮੰਤਰੀ ਰਹਿ ਰਹੀ, ਬੀਬੀ ਐਮਐਲਏ ਦੁਆਰਾ ਰਹਿ ਰਹੀ। ਨਹੀਂ ਪਰ ਸੋਹਲੀ ਸਾਹਿਬ ਉਹ ਤਾਂ ਪਾਰਟੀ ਦਾ ਫੈਸਲਾ ਹੈ ਨਾ, ਉਹ ਤਾਂ ਪਾਰਟੀ ਦਾ ਫੈਸਲਾ, ਫਿਰ ਤਾਂ ਪ੍ਰੈਸ਼ਰ ਪਾ ਕੇ ਪ੍ਰਧਾਨਗੀ ਲੈਣ ਦਾ ਹੀ ਪੂਰਾ ਮਾਮਲਾ ਸੀ, ਇਹ ਸਮਝਿਆ ਜਾਵੇ। ਬੀਬੀ ਜਗੀਰ ਕੌਰ ਨੂੰ ਪੰਥ ਚਾਹੁੰਦਾ, ਕੌਮ ਚਾਹੁੰਦੀ ਅੱਜ ਦੇ ਹਾਲਾਤਾਂ 'ਚ। ਨਹੀਂ ਤੁਸੀਂ ਇਹ ਦੱਸੋ, ਤੁਸੀਂ ਕਹਿ ਰਹੇ ਹੋ ਕਿ ਧਾਮੀ ਕਿਉਂ, ਬੀਬੀ ਜਗੀਰ ਕੌਰ ਨਹੀਂ ਕਿਉਂ? ਹਾਂ ਇਹ ਸਵਾਲ ਹੈ ਕਿ ਜਗੀਰ ਕੌਰ ਕਿਉਂ, ਧਾਮੀ ਕਿਉਂ ਨਹੀਂ? ਆਪਦੇ ਬੰਦੇ 5
ਬਿਠਾ ਕੇ ਕਹਿੰਦੇ ਜੀ ਬੀਬੀ ਨੂੰ ਅਸੀਂ ਬਾਹਰ ਕੱਢਤਾ, ਕਾਹਦੇ ਚੋਂ ਕੱਢਤਾ? ਫੇਰ ਜੇ ਮੈਂ ਕਹਿਣਾ ਫੇਰ ਕਹਿੰਦੇ ਨੇ ਨਿੱਜੀ ਅਟੈਕ ਹੈ ਜੀ। ਬਾਦਲ ਆਪਣੇ ਘਰੋਂ ਕੱਢ ਰਹੇ ਨੇ, ਸੋਲੀ ਸਾਹਿਬ ਇਹ ਤੇਰਾ ਕਹਿਣਾ ਬਣਦਾ ਕਿ 5 ਬਿਠਾ ਕੇ 7 ਬਿਠਾ ਕੇ, ਇਹਦਾ ਹਰ ਪਾਰਟੀ ਦਾ ਇੱਕ ਸਿਸਟਮ ਆ। ਕੱਲ ਬੀਜੇਪੀ ਨੇ ਕਿਸੇ ਬੰਦੇ ਦੇ ਖਿਲਾਫ ਕੋਈ ਕਾਰਵਾਈ ਕਰਨੀ ਤਾਂ ਉਹ ਪਾਰਟੀ ਦਾ ਕੋਈ ਬੰਦਾ ਹੀ ਕਰਨਗੇ, ਕੋਈ ਪਾਰਲੀਮੈਂਟ ਬੋਰਡ ਹੁੰਦਾ, ਕੋਈ ਡਿਸਪਲਿਨਰੀ। ਇਹ ਕੀ ਮਾੜਾ ਮੋਟਾ ਇਹ ਨਹੀਂ ਕੋਈ ਗੱਲ, ਇਹ ਕੋਈ ਗੱਲਾਂ ਕਹਿਣ ਵਾਲੀ ਨਹੀਂ। 5 ਬੰਦੇ ਬਿਠਾ ਉੱਥੇ ਤੇ ਬਰਾਤ ਹੋ ਰਹੀ ਆ, ਉੱਥੇ ਜੰਗ ਹੋ ਰਹੀ ਆ, ਨਹੀਂ ਉੱਥੇ ਬਰਾਤ ਹੋ ਰਹੀ। ਦੱਸੋ ਪਹਿਲਾਂ ਇੱਕ ਕਰਕੇ ਸਰ ਪਲੀਜ਼, ਇੱਕ ਸਮਾਂ ਬਹੁਤ ਘੱਟ ਹੈ ਮੇਰੇ ਕੋਲ ਹੁਣ, ਪੂਰਾ ਮੈਂ ਇੱਕ ਰਿਐਕਸ਼ਨ ਹੀ ਲੈਣਾ, ਮੈਂ ਸੋਢੀ ਸਾਹਿਬ ਦੇ ਵਿਰੁੱਧ ਕਰਨਾ। ਨਹੀਂ ਉਹਦੇ ਪਾਰਲੀਮੈਂਟ ਬਿਠਾ ਲੈਣੇ, 540 ਮੈਂਬਰ ਬਿਠਾ ਲੈਣੇ ਪਾਰਲੀਮੈਂਟ ਦੇ। ਨਹੀਂ ਪੰਥ ਨੂੰ ਤੁਸੀਂ ਕਰ ਦਿੰਦੇ ਲੈ, ਇਹ ਗੱਲ ਆ ਕਹਿਣ ਵਾਲੀ। ਨਹੀਂ ਚਲੋ ਅਸੀਂ ਦੱਸ ਦੋ ਤੁਸੀਂ ਪੰਥ ਨੂੰ ਚਲੋ ਆਪਾਂ ਕਨਕਲੂਡ ਵਾਲੇ ਪਾਸੇ ਜਾਈਏ। ਮੈਂ ਤੁਹਾਡੇ ਕੋਲ ਵਾਪਸ ਆਉਣਾ ਸੋਲੀ ਸਾਹਿਬ ਔਰ ਚਾਵਲਾ ਜੀ ਰਿਐਕਸ਼ਨ ਲਵਾਂਗਾ, ਪਰ ਪਹਿਲਾਂ ਮੈਂ ਸੋਢੀ ਸਾਹਿਬ ਦਾ ਰੁਖ ਕਰਦਾ। ਸੋਢੀ ਸਾਹਿਬ ਦੇਖੋ, ਮੈਂ ਕਨਕਲੂਡ ਕਰਾਂ, ਇਸ ਸਮੇਂ ਇਲਜ਼ਾਮਾਂ ਦੇ ਵਿਚਾਲੇ ਬੀਜੇਪੀ ਹੈ ਔਰ ਇਸ ਪੂਰੀ ਚਰਚਾ ਜਿਹੜੀ ਸੋਲੀ ਸਾਹਿਬ ਔਰ ਚਾਵਲਾ ਜੀ ਦਾ ਜ਼ਿਕਰ ਹੋ ਰਿਹਾ ਸੀ, ਬਾਰ-ਬਾਰ ਬੀਜੇਪੀ ਦਾ ਜ਼ਿਕਰ ਆ ਰਿਹਾ ਹੈ ਕਿ ਬੀਜੇਪੀ ਇਸ ਦੇ ਪਿੱਛੇ ਖੜੀ ਹੈ ਸਾਰੇ ਆ ਕੇ। ਮੇਰਾ ਸਮਝਿਆ ਜਾਵੇ ਕਿ ਮੈਂ ਤਾਂ ਗੱਲ ਕਹਿਣਾ ਜੀ ਮੈਂ ਇਹ ਗੱਲ ਕਹਿਣਾ ਕਿ ਜੇ ਕਹਿੰਦਾ ਤੁਹਾਡੀ ਸਾਂਝ ਰਹੀ, ਮੈਂ ਕਹਾਂ ਜੋ ਸਾਡੀ ਸਾਂਝ ਨਹੀਂ, ਮੈਂ ਤਾਂ ਬੀਜੇਪੀ ਨੂੰ ਕੁਝ ਨਹੀਂ ਕਹਿ ਰਿਹਾ, ਬੀਜੇਪੀ ਸਾਨੂੰ ਕਹਿ ਰਹੀ ਹੈ ਜੀ। ਬੀਜੇਪੀ ਦੇ ਬੰਦੇ ਸਿਰਸਾ, ਇਕਬਾਲ ਸਿੰਘ ਲਾਲਪੁਰਾ, ਇਹ ਵੱਡੇ ਨਵੇਂ ਜਿਹਨਾਂ ਨੇ ਮਾਨੇ ਆ ਨਾ, ਠੀਕ ਹੈ, ਇਹ ਸਰਚਾਨ ਸਿੰਘ, ਇਹਨਾਂ ਲੋਕਾਂ ਦੇ ਯਤਨ ਲੱਗੇ ਵੀ ਅਸੀਂ ਕਿਵੇਂ ਆਪਣੇ ਦਿਮਾਗ, ਕੋਈ ਗੱਲ ਨਹੀਂ, ਬੰਦਾ ਪਾਰਟੀ ਦੇ ਅੰਦਰ ਰੁਤਬੇ ਪ੍ਰਾਪਤ ਕਰਨ ਲਈ, ਮੈਂ ਵੀ ਆਪਣੀ ਪਾਰਟੀ 'ਚ ਰੁਤਬਾ ਜੇ ਲੈਣਾ ਤੇ ਮੈਂ ਕੰਮ ਕਰਾਂਗਾ ਪਾਰਟੀ ਲਈ, ਮੈਨੂੰ ਤਾਂ ਹੀ ਮਿਲੇਗਾ। ਲੇਕਿਨ ਚਲੋ ਮੇਰੇ ਕੋਲ ਸਮਾਂ, ਮੈਂ ਕਨਕਲੂਡ ਕਰਨਾ ਸਰ, ਮੈਂ ਕਨਕਲੂਡ ਕਰਨਾ ਹੈ। ਸੋਢੀ ਸਾਹਿਬ ਰਿਐਕਸ਼ਨ ਦੇ ਦਿਓ ਇੱਕ ਮਿੰਟ, ਲੈਟ ਮੀ ਕੰਪਲੀਟ ਬਾਈ ਜੀ ਪਲੀਜ਼। ਮੈਂ ਗੱਲ ਕਹਿਣੀ ਚਾਹੁੰਦਾ ਜੀ ਕਿ ਪੋਲੀਟੀਕਲ ਪਾਰਟੀਆਂ, ਜਿਵੇਂ ਇਹਨਾਂ ਨੇ ਕਿਹਾ ਸੋਢੀ ਸਾਹਿਬ ਨੇ ਕਿ ਸੁਖਬੀਰ ਕਾਂਗਰਸ ਦੇ ਬੰਦੇ ਵਾਰਦਾ, ਮੈਂ ਕਹਿੰਦਾ ਕਾਂਗਰਸ ਅਕਾਲੀਆਂ ਦੇ ਲਵੇ, ਅਕਾਲੀ ਕਾਂਗਰਸੀਆਂ ਲੈਣ, ਕੋਈ ਬੀਜੇਪੀ ਦੇ ਅਕਾਲੀ ਦਲ ਦੇ ਜਾਣ, ਉਹ ਪੋਲੀਟੀਕਲ ਪਾਰਟੀਆਂ ਜੋ ਮਰਜ਼ੀ ਕਰੋ। ਸ਼੍ਰੋਮਣੀ ਅਕਾਲੀ ਦਲ ਵਿੱਚ ਦਖਲਅੰਦਾਜ਼ੀ ਜਿੰਨੀ ਮਰਜ਼ੀ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਤੇ ਸੋਲੀ ਵੀ ਉਹਨਾਂ ਹੀ ਜ਼ਿੰਮੇਵਾਰ ਆ ਜਿੰਨਾ ਮੈਂ ਜ਼ਿੰਮੇਵਾਰ ਆ, ਉਨੀ ਭਾਵਨਾ ਇਹਦੀ ਹੈ ਜਿੰਨੀ ਮੇਰੀ ਆ, ਉਹ ਉਸ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੇ ਪੋਲੀਟੀਕਲ ਲੋਕ, ਬੀਬੀ ਜਗੀਰ ਕੌਰ, ਕੱਲ ਤੱਕ ਇਹ ਲੋਕ ਪਾਣੀ ਪੀ ਕੇ ਕੋਸਦੇ ਸੀ, ਅੱਜ ਬੀਬੀ ਦੀ ਪਰਸਨਲ ਕੋਈ ਪ੍ਰੋਬਲਮ ਆ ਗਈ, ਇਹਨਾਂ ਲੋਕਾਂ ਨੇ ਹੱਥਾਂ 'ਤੇ ਚੱਕ ਲਈ ਕਿ ਬੰਦਾ ਲੱਭ ਗਿਆ ਲੈ ਵੀ ਤਾਲੀਆਂ ਮਾਰੋ। ਚਲੋ ਠੀਕ ਹੈ, ਕਨਕਲੂਡ ਕਰ ਦਵਾਂ, ਮੈਂ ਆ ਰਿਹਾ। ਸੋਲੀ ਸਾਹਿਬ ਤੁਸੀਂ ਆਪਣਾ ਫਾਈਨਲ ਰਿਐਕਸ਼ਨ ਦਿਓ, ਪਰ ਪਹਿਲਾਂ ਸੋਢੀ। ਨਾ ਮੈਨੂੰ ਸੱਚ ਬੋਲਣ ਤੇ ਖੁਸ਼ੀ ਹੈ, ਸੱਚ ਬੋਲਿਆ ਮੈਂ ਗੌਰਵ ਜੀ, ਪਹਿਲਾਂ ਤਾਂ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੱਲ੍ਹ ਨੂੰ ਚੋਣ ਹੈ, ਉਹ ਸੁੱਖੀ ਸਾਂਦੀ ਔਰ ਵਧੀਆ ਢੰਗ ਦੇ ਨਾਲ ਹੋ ਜੇ, ਪ੍ਰਧਾਨ ਚਾਹੇ ਕੋਈ ਬਣ ਜੇ। ਲੇਕਿਨ ਮੇਰੀ ਇੱਕ ਗੱਲ ਜ਼ਰੂਰ ਹੈ, ਚਾਵਲਾ ਸਾਹਿਬ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਕੋਲੇ 107 ਮੈਂਬਰਾਂ ਦੀ ਤੁਸੀਂ ਗਿਣਤੀ ਦੱਸ ਰਹੇ ਹੋ ਜੀ, ਤੁਸੀਂ ਸਰਚਾਨ ਜੀ ਦਾ ਹਵਾਲਾ ਦਿੱਤਾ, ਲੇਕਿਨ 107 ਜ਼ਿਆਦਾ ਹੈ, 107 ਦਾ ਅੱਜ ਵੀਡੀਓ ਆਏ ਮੇਰਾ ਬਾਅਦ ਆ ਗਏ। ਠੀਕ ਹੈ, ਕੰਪਲੀਟ ਕਰ ਲਓ ਸਰ, ਮੈਂ ਵਾਈਂਡ ਅਪ ਕਰਨਾ ਮੇਰੀ ਗੱਲ ਤਾਂ ਸੁਣ ਲਓ ਜੀ ਸੋਢੀ ਸਾਹਿਬ, ਤੁਸੀਂ ਆਪਣੀ ਗੱਲ ਰੱਖ ਲਓ, ਆਪਣੀ ਗੱਲ ਰੱਖ ਲਓ। ਤੁਹਾਡੇ ਕੋਲੇ 107 ਮੈਂਬਰ ਅੱਜ ਆਏ ਨੇ, ਤੁਸੀਂ 107 ਮੈਂਬਰਾਂ ਦੇ ਵਿੱਚੋਂ ਕੋਈ ਬੰਦਾ ਤਾਂ ਟੀਵੀ ਤੇ ਪੇਸ਼ ਕਰੋ ਜਿਹਨੂੰ ਲਾਲਪੁਰਾ ਸਾਹਿਬ ਨੇ ਫੋਨ ਕੀਤਾ ਹੋਵੇ, ਸਾਡੇ ਬੀਜੇਪੀ ਦੇ ਕਿਸੇ ਹੋਰ ਲੀਡਰ ਨੇ ਫੋਨ ਕੀਤਾ ਹੋਵੇ, ਤੁਸੀਂ ਤਾਂ ਹੁਣ ਨੂੰ ਚਲਾ ਦਿੰਦੇ। ਠੀਕ ਹੈ ਸੋਹਲੀ ਸਾਹਿਬ, ਠੀਕ ਹੈ, ਮੈਂ ਕਨਕਲੂਡ ਕਰਾਂ ਸਰ, ਮੈਂ ਸੋਹਲੀ ਦਾ ਇੱਕ ਰਿਐਕਸ਼ਨ ਲੈਣਾ। ਸੋਹਲੀ ਸਾਹਿਬ ਤੁਸੀਂ ਦੱਸ ਦਿਓ, ਇੱਕ ਸੈਕਿੰਡ ਸੋਹਲੀ ਸਾਹਿਬ, ਤੁਸੀਂ ਵੀ ਆਮ ਆਦਮੀ ਪਾਰਟੀ ਵਾਂਗੂ ਜਿਵੇਂ ਉਹ ਕਮਲ ਸੋਹਲੀ ਸਾਹਿਬ ਤੁਸੀਂ ਦੱਸ ਦਿਓ ਕਿ ਕਿੰਨੇ ਸਮਰਥਨ ਦੇ ਵਿੱਚ ਹੈਗੇ ਨੇ ਮੈਂਬਰ। ਸੋਹਲੀ ਸਾਹਿਬ ਤੁਸੀਂ ਦੱਸ ਦਿਓ ਨਾ, ਠੀਕ ਹੈ, ਇੱਕ ਕਰੋ ਨਾ, ਤੁਸੀਂ ਛੋਟੀ ਹੈ ਸੋਹਲੀ ਜੀ ਦਾ ਬੜਾ ਸਤਿਕਾਰ ਕਰਦੇ ਆ, ਪਰ ਛੋਟੀ ਸਾਹਿਬ ਉਹ ਵੀ ਕਰਦੇ ਨੇ ਪੇਸ਼, ਲਾਲਪੁਰਾ ਸਾਹਿਬ ਜੋ ਤੁਹਾਡਾ ਚੇਤਾ ਨਾ ਉਹਦੇ ਵੀ ਪੇਸ਼ ਕਰ ਦਿੰਦੇ ਆ। ਚਾਵਲਾ ਜੀ ਸਿਆਣੇ ਬਣੋ, ਪਤਾ ਲੱਗੇ ਮੇਰੇ ਸਿਆਣੇ ਬਣੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਤਿਕਾਰਯੋਗ ਸਾਰੇ ਮੈਂਬਰ ਸਾਹਿਬਾਨ ਨੇ, ਜਿਸ ਤਰ੍ਹਾਂ ਬੀਬੀ ਜਗੀਰ ਕੌਰ ਨੇ ਦਮ ਨਾਲ ਸੱਚ ਤੇ ਪਹਿਰਾ ਦਿੱਤਾ, ਡਟ ਕੇ ਖੜ ਗਏ ਨੇ, ਇਸੇ ਤਰ੍ਹਾਂ ਗਿਣਤੀਆਂ ਮਿਣਤੀਆਂ 'ਚ ਜਿਹੜੇ ਲੋਕਾਂ ਨੂੰ ਡਰ ਲੱਗਦਾ ਉਹ ਪਏ ਹੋਏ ਨੇ। ਇਸੇ ਬੀਬੀ ਨੇ ਕੱਲ ਨੂੰ ਰਿਜ਼ਲਟ ਦੇ ਦੇਣਾ, ਗੁਰੂ ਨੇ ਕਿਰਪਾ ਕਰ ਦੇਣੀ ਹੈ, ਬੀਬੀ ਜਗੀਰ ਕੌਰ ਆਨ ਤੇ ਸ਼ਾਨ ਨਾਲ ਜਿੱਤੂਗੀ। ਚਲੋ ਠੀਕ ਹੈ, ਜਿੱਤਣ ਦੇ ਦਾਅਵੇ ਹੋ ਰਹੇ ਨੇ। ਠੀਕ ਹੈ ਸੋਹਲੀ ਸਾਹਿਬ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਨੂੰ ਕਨਕਲੂਡ ਕਰਨਾ ਪਏਗਾ। ਬਹੁਤ ਬਹੁਤ ਧੰਨਵਾਦ ਚਾਵਲਾ ਜੀ ਤੁਹਾਡਾ ਵੀ ਸਾਡੇ ਨਾਲ ਜੁੜਨ ਦੇ ਲਈ।
ਔਰ ਸੋਢੀ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਅਸੀਂ ਜ਼ਿਕਰ ਕਰ ਰਹੇ ਹਾਂ ਖੈਰ ਨਵਾਂ ਕਲਚਰ ਤਾਂ ਬਹੁਤ ਕੁਝ ਚੀਜ਼ਾਂ ਨਵੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਨਵੀਂ ਇਹ ਵੀ ਹੈ ਕਿ ਐਸਜੀਪੀਸੀ ਦੀ ਚੋਣ, ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਡਿਬੇਟਾਂ ਵੀ ਨਹੀਂ ਹੁੰਦੀਆਂ। ਆਮ ਤੌਰ ਤੇ ਉਸੇ ਦਿਨ ਪ੍ਰਧਾਨ ਚੁਣਿਆ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਇਹ ਪ੍ਰਧਾਨ ਬਣ ਰਹੇ ਨੇ, ਪਰ ਇਸ ਵਾਰ ਇਹ ਵੀ ਵੱਖਰਾ ਹੈ ਕਿ ਟੀਵੀ ਡਿਬੇਟ ਵੀ ਇਸ ਮੁੱਦੇ ਦੇ ਉੱਤੇ ਹੋ ਰਹੀ ਹੈ ਕਿ ਪ੍ਰਧਾਨ ਕੌਣ ਹੋਵੇਗਾ, ਦੋ ਚਿਹਰਿਆਂ ਦੇ ਵਿਚਾਲੇ ਮੁਕਾਬਲਾ ਹੈ। ਤਾਂ ਨੂੰ ਨਵਾਂ ਕਲਚਰ ਕੀ ਵਾਕਈ ਵੇਖਣ ਨੂੰ ਮਿਲੇਗਾ, ਹੁੰਦਾ ਕੀ ਇਸ ਇਲੈਕਸ਼ਨ ਦੇ ਵਿੱਚ, ਕਿਉਂਕਿ ਸੋਹਲੀ ਸਾਹਿਬ ਵੀ ਦਾਅਵਾ ਤਾਂ ਜਾਂਦੇ ਜਾਂਦੇ ਕਰ ਗਏ ਕਿ ਜਿੱਤ ਹੋਏਗੀ ਬੀਬੀ ਜਗੀਰ ਕੌਰ ਦੀ। ਖੈਰ ਇੰਤਜ਼ਾਰ ਰਹੇਗਾ ਚੋਣਾਂ ਦੇ ਨਤੀਜਿਆਂ ਦਾ, ਜੋ ਕਿ ਉਮੀਦ ਹੈ ਕਿ ਦੁਪਹਿਰ ਜਾਂ ਦੇਰ ਦੁਪਹਿਰ ਤੱਕ ਕਲੀਅਰ ਹੋ ਜਾਏਗਾ ਐਸਜੀਪੀਸੀ ਚੋਣਾਂ ਨੂੰ ਲੈ ਕੇ। ਫਿਲਹਾਲ ਪ੍ਰਾਈਮ ਟਾਈਮ ਚ ਅੱਜ ਦੇ ਲਈ ਇੰਨਾ ਹੀ।